ਹੈਲੋ। ਸੋ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ 25 ਤਰੀਕ ਹੈ ਤੇ ਅੱਜ ਕਿਹਦਾ ਪੇਪਰ ਹੋਇਆ PSSB ਕਲਰਕ ਦਾ ਪੇਪਰ ਹੋਇਆ ਜਿਹਦੇ ਵਿੱਚ ਕੁਝ ਕੁਐਸਚਨ ਆਏ ਨੇ। ਸੋ ਜੋ ਆਪਾਂ ਸਬਜੈਕਟ ਪੜ੍ਹਦੇ ਹਾਂ, ਜੋ ਮੈਂ ਸਬਜੈਕਟ ਪੜ੍ਹਾਉਣਾ ਉਹਦੇ ਆਨਸਰ ਮੈਂ ਤੁਹਾਨੂੰ ਬਾਰੀ-ਬਾਰੀ ਦਊਂਗਾ। ਇਹ ਜੋ ਪੇਪਰ ਆਇਆ ਮੇਰੇ ਕੋਲੇ ਕਿਸੇ ਦਾ ਆਇਆ PDF ਦੀ ਫਾਰਮ 'ਚ, ਸੋ ਮੈਂ ਉਮੀਦ ਕਰੂੰਗਾ ਕਿ ਇਹਦੇ ਵਿੱਚ 100% ਆਪਾਂ ਕੁਐਸਚਨ ਸਹੀ ਕਰੀਏ, ਠੀਕ ਹੈ। ਕਿਉਂਕਿ ਕਈ ਜਗ੍ਹਾ ਤੁਸੀਂ ਦੇਖੋਗੇ YouTube ਦੇ ਉੱਤੇ ਵੀ ਕਈ ਕੁਐਸਚਨ ਗਲਤ ਹੀ ਕਰਵਾਤੇ। ਸੋ ਮੈਂ ਉਮੀਦ ਕਰੂੰਗਾ ਕਿ ਮੈਂ ਸਾਰੇ ਸਹੀ ਕਰਵਾਉਂਗਾ ਤੇ ਜਿਹਦੇ 'ਚ ਡਾਊਟ ਹੋਊਗਾ ਮੈਂ ਆਪੇ ਕਹਿ ਦੂੰਗਾ ਵੀ ਇਹਦੇ ਵਿੱਚ ਹੋ ਸਕਦਾ ਕੋਈ ਡਾਊਟ ਹੋਵੇ, ਠੀਕ ਹੈ। ਸੋ ਸਭ ਤੋਂ ਪਹਿਲਾਂ ਕੀ ਆ, ਪੰਜਾਬ ਵਾਜ਼ ਅਟੈਕਡ ਬਾਈ ਬਾਬਰ ਫॉर ਹਾਊ ਮੈਨੀ ਟਾਈਮਸ। ਪੰਜਾਬ ਤੇ ਬਾਬਰ ਨੇ ਕਿੰਨੀ ਵਾਰੀ ਹਮਲਾ ਕੀਤਾ? ਬਹੁਤ ਹੀ ਈਜ਼ੀ ਕੁਐਸਚਨ ਸੀਗਾ ਜੀ, 5 ਵਾਰੀ ਹਮਲਾ ਕੀਤਾ। ਇਹਦੇ ਨਾਲ ਨਾਲ ਹੋਰ ਕੁਐਸਚਨ ਕੀ ਨੇ ਥੱਲੇ ਕਮੈਂਟ ਕਰਕੇ ਦੱਸਿਓ। ਇਹਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਆਉਂਦਾ ਹੈ ਕਿ ਪੰਜਾਬ ਨੇ ਪਹਿਲੀ ਵਾਰੀ ਹਮਲਾ ਕਦੋਂ ਕੀਤਾ, ਠੀਕ ਹੈ ਜੀ। ਤਾਂ ਦੱਸਿਓ ਕਦੋਂ ਕੀਤਾ ਥੱਲੇ ਕਮੈਂਟ ਕਰਕੇ। 1601 ਦੇ ਵਿੱਚ ਕਿਹੜੇ ਪ੍ਰਸਿੱਧ ਸਿੱਖ ਗੁਰਦੁਆਰੇ ਦੀ ਸੰਪੂਰਨਤਾ ਹੋਈ ਸੀ? ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹਰਮੰਦਰ ਸਾਹਿਬ ਦੀ। ਕਿੱਥੇ ਹੈ ਇਹ ਆਪਣੇ ਕੋਲੇ ਅੰਮ੍ਰਿਤਸਰ ਦੇ ਵਿੱਚ ਹੈ, ਠੀਕ ਹੈ ਜੀ। ਪੰਜਾਬ ਵਾਜ਼ ਅਨੈਕਸਡ ਬਾਏ ਬ੍ਰਿਟਿਸ਼ 1849 ਦੇ ਵਿੱਚ। ਉਦੋਂ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ? ਤਾਂ 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਕਬਜ਼ਾ ਕੀਤਾ ਤਾਂ ਉਦੋਂ ਕਿਹੜਾ ਸੀਗਾ ਜੀ? ਤੁਹਾਨੂੰ ਸਾਰਿਆਂ ਨੂੰ ਪਤਾ ਲਾਰਡ ਡਲਹੌਜੀ ਸੀਗਾ ਜੀ, ਠੀਕ ਹੈ। ਪੰਜਾਬ ਉਹਦਾ ਭਾਰਤ ਦਾ ਗਵਰਨਰ ਜਨਰਲ, ਠੀਕ ਹੈ ਜੀ। ਵਿਚ ਆਫ ਦਾ ਫੋਲੋਇੰਗ ਰਿਵਰ ਇਜ਼ ਕਨੈਕਟਡ ਟੂ ਸਰਹੰਦ। ਜਿਹੜੀ ਸਰਹੰਦ ਕੈਨਲ ਨਾਲ ਜੁੜੀ ਹੋਈ ਰਿਵਰ ਹੈ ਤਾਂ ਉਹ ਕਿਹੜੀ ਹੈ ਜੀ? ਸਤਲੁਜ ਹੈ। ਜੇ ਪੇਪਰ 'ਚ ਪੰਜਾਬ ਦੀ ਸਭ ਤੋਂ ਲੰਬੀ ਰਿਵਰ ਕਿਹੜੀ ਹੈ ਤਾਂ ਉਹ ਵੀ ਕਿਹੜੀ ਹੈ? ਸਤਲੁਜ ਹੈ। ਅੱਗੇ ਜਾ ਕੇ ਬਿਆਸ ਦੇ ਨਾਲ ਮਿਲ ਜਾਂਦੀ ਹੈ। ਸੋ ਅੱਗੇ ਆਪਣੇ ਕੋਲੇ ਕੀ ਆਂਦਾ ਹੈ ਕਿ 6 25 62 123 214 ਤੇ 341 ਤੋਂ ਬਾਅਦ ਕੀ ਆਊਗਾ? ਤੁਹਾਨੂੰ ਪਤਾ ਹੈ 6 ਕੀ ਹੁੰਦਾ ਆਪਣੇ ਕੋਲੇ? 2 ਦੀ ਕਿਊਬ ਕੀ ਹੁੰਦੀ ਹੈ? 8 8 ਮਾਈਨਸ 2 ਕੀ ਹੋ ਗਿਆ? 6। ਆਪਣੇ ਕੋਲ 3 ਦੀ ਕਿਊਬ ਕੀ ਹੁੰਦੀ ਹੈ? 27 27 ਮਾਈਨਸ 2 ਕੀ ਹੋ ਗਿਆ? 25। ਅੱਗੇ 64 ਹੁੰਦੀ ਹੈ 4 ਦੀ, ਉਹ ਤੋਂ ਬਾਅਦ ਮਾਈਨਸ 2 ਕਰਤਾ 62, ਠੀਕ ਹੈ। 5 ਦੀ ਕਿਊਬ 125, 6 ਦੀ ਕਿਊਬ 216, 7 ਦੀ ਕਿਊਬ 343, ਉਹ ਤੋਂ ਬਾਅਦ ਤੁਹਾਨੂੰ ਪਤਾ 8 ਦੀ ਕਿਊਬ ਕਿੰਨੀ ਹੁੰਦੀ ਹੈ? 512। 512 ਚ 2 ਗਏ ਤਾਂ ਕਿੰਨਾ ਆ ਗਿਆ ਜੀ? 510 ਆ ਗਿਆ, ਠੀਕ ਹੈ। ਅੱਗੇ ਚੱਲਦੇ ਹਾਂ ਆਪਾਂ। ਅੱਗੇ ਆਪਣੇ ਕੋਲੇ ਕੀ ਕਹਿ ਰਿਹਾ ਉਹ? 4 ਤੋਂ ਬਾਅਦ 13, 13 ਤੋਂ ਬਾਅਦ 41, 41 ਤੋਂ ਬਾਅਦ 126, 126 ਤੋਂ ਬਾਅਦ 382 ਆ ਰਿਹਾ। ਸੋ ਇਹ ਕਿਵੇਂ ਆ ਰਿਹਾ? ਹੁਣ ਤੁਹਾਨੂੰ ਪਤਾ ਹੈ 4 ਤੀਆ 12, 12 ਤੇ 1 ਜੋੜਤਾ ਕਿੰਨਾ ਆ ਗਿਆ? 13। 13 ਤੀਆ ਗੁਣਾ 3 ਕਰ ਰਿਹਾ, ਤੀਆ 39, 39 ਤੇ 2 ਜੋੜੇ 41, ਠੀਕ ਹੈ ਜੀ। ਅੱਗੇ ਕੀ ਹੁੰਦਾ ਆਪਣੇ ਕੋਲੇ? 41 ਤੀਆ, ਠੀਕ ਹੈ, ਗੁਣਾ ਆਪਾਂ 3 ਨਾਲ ਹੀ ਕਰ ਰਹੇ, ਇੱਥੇ 3 ਜੋੜਤਾ, ਗੁਣਾ 3 ਇੱਥੇ 4 ਜੋੜਤਾ। ਇਹਨੂੰ ਜਦੋਂ ਆਪਾਂ ਗੁਣਾ 3 ਕਰਾਂਗੇ ਤਾਂ ਉੱਥੇ ਜੋੜਾਂਗੇ ਕਿੰਨਾ? 5 ਜੋੜਾਂਗੇ ਜੀ। ਗੁਣਾ 3 ਨਾਲ ਹੀ ਹੋ ਰਿਹਾ, ਪਲੱਸ ਕਿੰਨਾ ਹੋ ਰਿਹਾ? 5 ਦਾ ਤੁਸੀਂ ਜਦੋਂ ਸੋਲਵ ਕਰਕੇ ਦੇਖੋਗੇ ਇਹਨੂੰ 3 ਨਾਲ ਗੁਣਾ ਕਰਕੇ ਉਸ ਤੋਂ ਬਾਅਦ 5 ਜੋੜ ਕੇ ਤਾਂ 1151 ਕੀ ਆਊਗਾ ਜਿਹਦਾ ਆਨਸਰ ਆਊਗਾ, ਠੀਕ ਹੈ ਜੀ। 1151 ਇਹਦਾ ਆਨਸਰ ਆਊਗਾ। ਅੱਗੇ ਆਪਣੇ ਕੋਲੇ ਕੀ ਕਹਿੰਦਾ ਹੈ? ਆਹ ਵਾਲਾ ਕੁਐਸਚਨ ਬਹੁਤ ਹੀ ਸੌਖਾ ਹੈ। ਦੇਖੋ 20 ਚੌਕਾ 80 ਕਿੰਨੇ ਨਾਲ ਗੁਣਾ ਹੋ ਰਿਹਾ? 4 ਨਾਲ। 8 ਤੀਆ ਤੁਹਾਨੂੰ ਪਤਾ ਇੱਥੇ ਕਿੰਨੇ ਨਾਲ ਗੁਣਾ ਹੋ ਰਿਹਾ? 3 ਨਾਲ। 4 ਨਾਲ 3 ਨਾਲ ਤਾਂ ਇੱਥੇ ਕਿੰਨੇ ਨਾਲ ਗੁਣਾ ਹੋਊਗਾ? ਇਹ 2 ਨਾਲ। ਤਾਂ ਤੁਹਾਨੂੰ ਪਤਾ ਹੈ 24 ਦੂਣੀ ਕਿੰਨਾ ਹੁੰਦਾ? 48 ਦਾ 480 ਕੀ ਆਊਗਾ ਇਹਦਾ ਆਨਸਰ? ਜਦੋਂ ਅੱਗੇ ਗੁਣਾ ਕਰਾਂਗੇ ਤਾਂ 1 ਨਾਲ ਹੋਊਗਾ ਤਾਂ 480 ਦਾ 480 ਹੀ ਰਹਿ ਜਾਊਗਾ। ਇਹ ਕੁਐਸਚਨ ਨੂੰ 1 ਮਿੰਟ ਛੱਡ ਦਵਾਂ, ਵੀਡੀਓ ਦੇ ਲਾਸਟ 'ਚ ਕਰਵਾਉਂਗਾ, ਠੀਕ ਹੈ। ਇਹਦੇ ਵਿੱਚ ਸੋਲਵ ਨਹੀਂ ਹੋਣਾ, ਮੈਂ ਤੁਹਾਨੂੰ PPT ਦੇ ਵਿੱਚ ਕਰਵਾਉਂਗਾ, ਟੈਨਸ਼ਨ ਨਾ ਲਓ, ਕਰਵਾਉਂਗਾ ਮੈਂ, ਠੀਕ ਹੈ। ਆਹ ਵਾਲਾ ਕੁਐਸਚਨ ਅੱਗੇ ਕੀ ਕਹਿ ਰਿਹਾ? ਅਗਲਾ ਕੁਐਸਚਨ ਕੀ ਕਹਿੰਦਾ ਇਹ? ਇਹ ਪਰਸਨ ਮੂਵਸ ਟੁਵਾਰਡ ਸਾਊਥ। ਸਭ ਤੋਂ ਪਹਿਲਾਂ ਕਿੱਧਰ ਨੂੰ ਗਿਆ? ਉਹ ਸਾਊਥ ਵਾਲੇ ਪਾਸੇ ਗਿਆ ਜੀ, ਥੱਲੇ ਨੂੰ ਗਿਆ, ਠੀਕ ਹੈ। ਸਾਊਥ ਡਾਇਰੈਕਸ਼ਨ ਐਂਡ ਦੈਨ ਟਰਨ ਟੂ ਹਿਜ਼ ਰਾਈਟ। ਰਾਈਟ ਕਿੱਧਰ ਹੁੰਦਾ ਜੀ ਸਾਊਥ ਦਾ? ਇਧਰ ਨੂੰ ਮੁੜਿਆ। ਅਗੇਨ ਟਰਨ ਐਟ 45 ਡਿਗਰੀ। ਤਾਂ ਹੁਣ ਇਹਦਾ ਸੱਜਾ ਪਾਸਾ ਕੀ ਹੋਊਗਾ? ਪਹਿਲੀ ਗੱਲ ਤਾਂ ਉੱਪਰ ਨੂੰ ਹੋਊਗਾ ਨਾ ਸੱਜਾ ਪਾਸਾ। ਕਿੰਨੇ ਡਿਗਰੀ ਤੇ ਮੁੜਿਆ ਉਹ? 45 ਡਿਗਰੀ ਤੇ ਮੁੜਿਆ। ਤਾਂ ਇਹ ਬੰਦੇ ਦਾ 45 ਡਿਗਰੀ ਆਹ ਦਿਸ਼ਾ ਨੂੰ ਹੋਊਗਾ ਜੀ। ਇਹ ਬੰਦੇ ਦਾ 45 ਡਿਗਰੀ ਆਹ ਦਿਸ਼ਾ ਨੂੰ ਹੋਊਗਾ। ਤਾਂ ਇਨ ਵਿਚ ਡਾਇਰੈਕਸ਼ਨ ਹੀ ਇਜ਼ ਫੇਸਿੰਗ ਨਾਓ। ਤਾਂ ਉਹ ਤੁਹਾਨੂੰ ਪਤਾ ਹੈ ਕਿ ਆਹ ਕਿਹੜੀ ਦਿਸ਼ਾ ਹੋਊਗੀ? ਨਾਰਥ ਵੈਸਟ ਹੋਗੀ। ਤਾਂ ਕਿਹੜੀ ਦਿਸ਼ਾ ਵੱਲ ਕਰ ਰਿਹਾ ਮੂੰਹ ਉਹ? ਨਾਰਥ ਵੈਸਟ ਵੱਲ ਕਰ ਰਿਹਾ ਜੀ, ਠੀਕ ਹੈ। ਅੱਗੇ ਆ ਜਾਓ। ਆ ਵੀ ਮੈਂ ਤੁਹਾਨੂੰ ਕਰਵਾਉਂਗਾ, ਥੋੜਾ ਜਿਹਾ ਵੇਟ ਕਰੋ। ਆ PPT ਦੇ ਵਿੱਚ ਕਰਵਾਉਂਗਾ ਮੈਨੂੰ, ਕਿਉਂਕਿ ਥੋੜਾ ਸੋਲਵ ਕਰਨ ਵਾਲਾ ਇਹ ਸਾਰੇ ਉਹਦੇ ਵਿੱਚ ਹੀ ਕਵਰ ਹੋ ਜਾਣਗੇ। ਅੱਗੇ ਆ ਦੇਖੋ 4 6 9 13 ਸਹੀ 1/2। ਵੈਸੇ ਮੈਂ ਤੁਹਾਨੂੰ PPT 'ਚ ਇਹ ਵੀ ਕਰਵਾ ਦੂੰਗਾ, ਪਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਕਿਹਦੇ ਨਾਲ ਗੁਣਾ ਹੋ ਰਿਹਾ? 1.5 ਨਾਲ। ਜਦੋਂ 15 ਚੌਕਾ 60 ਕਰੋਗੇ ਇਹ ਵੀ 1.5 ਨਾਲ, ਇਹ ਵੀ 1.5 ਨਾਲ। ਇਹ ਵੀ ਮੈਂ ਤੁਹਾਨੂੰ PPT 'ਚ ਕਰਾ ਦੂੰਗਾ ਚੰਗੀ ਤਰ੍ਹਾਂ ਸੋਲਵ ਕਰਕੇ, ਠੀਕ ਹੈ। ਸੋ ਮੈਨੂੰ ਇਹਦੇ ਵਿੱਚ ਹੁਣ ਔਖਾ ਹੋਊਗਾ, ਮੈਂ PPT 'ਚ ਸੋਲਵ ਕਰਵਾ ਦੂੰਗਾ, ਟੈਨਸ਼ਨ ਨਾ ਲਓ।
ਸੋ ਇਹਦੇ ਵਿੱਚ ਮੈਨੂੰ ਹਜੇ ਤੱਕ ਲੌਜਿਕ ਨਹੀਂ ਪਤਾ ਲੱਗਿਆ, ਜਦੋਂ ਹੀ ਪਤਾ ਲੱਗ ਗਿਆ ਮੈਂ ਤੁਹਾਨੂੰ ਦੱਸ ਦੂੰਗਾ, ਠੀਕ ਹੈ ਜੀ। ਇਹ ਹਜੇ ਤੱਕ ਮੇਰਾ ਵੀ ਡਾਊਟ ਹੈ, ਮੈਂ ਲੌਜਿਕ ਚੈੱਕ ਕਰਕੇ ਦੱਸ ਦੂੰਗਾ। ਹਾਂ, ਇੱਥੇ ਕੀ ਹੋ ਰਿਹਾ ਦੇਖੋ, ਇੱਥੇ 20 ਨੂੰ ਕਿੰਨਾ ਬਣਾਇਆ ਗਿਆ, 34 ਬਣਾਇਆ ਗਿਆ। ਤੁਹਾਨੂੰ ਪਤਾ 20 ਦੂਣੀ ਕਿੰਨਾ ਹੁੰਦਾ ਜੀ 40, 40 ਮਾਈਨਸ 6 ਕਿੰਨਾ ਹੋ ਗਿਆ 34। ਇੱਥੇ ਵੀ ਅਸੀਂ ਕਰਾਂਗੇ 40 ਦੂਣੀ ਕਿੰਨਾ ਹੋ ਗਿਆ 80, 80 ਮਾਈਨਸ 6 ਕਿੰਨਾ ਹੋ ਗਿਆ 74, ਠੀਕ ਹੈ। ਇੱਥੇ ਕੀ ਹੋ ਰਿਹਾ 3 ਨੂੰ 81 ਬਣਾਇਆ, ਜੇ ਮੈਂ 3 ਨੂੰ 3 ਤੀਆ 9, 9 ਤੀਆ 27, 27 ਤੀਆ 81, मतलब कि है 4 बार गुना करूंगा तो मेरे को 81 आ जाऊ। सेम टू सेम चौकम चौकी 16, 16 चौके 64, 64 चौका 256 अपने को आ गया जी, आंसर आ गया, ठीक है। बहुत ही सोहना क्वेश्चन सी। ਅੱਗੇ ਆਪਾਂ ਨੂੰ ਸਭ ਨੂੰ ਪਤਾ ਹੈ 7 ਦੀ ਕਿਊਬ ਕਿੰਨਾ ਹੁੰਦਾ 343 ਮਾਈਨਸ 1 ਕਰਤਾ 342। 8 ਦੀ ਕਿਊਬ ਕਿੰਨਾ ਹੁੰਦਾ 512 ਮਾਈਨਸ 1 ਕਰਤਾ 511, ਠੀਕ ਹੈ ਜੀ। ਬਹੁਤ ਸੋਹਣਾ ਕੁਐਸਚਨ ਸੀ ਵੀ। ਅੱਗੇ ਦੇਖੋ ਉਹਨੇ ਕਿਹਾ ਕ੍ਰੀਏਟਰ ਦਾ ਕੋਡ ਕੀ ਹੈ SBP। ਜੇ ਤੁਸੀਂ ਧਿਆਨ ਦਿਓਗੇ R ਤੋਂ ਬਾਅਦ ਕੀ ਆਉਂਦਾ ਹੈ S, A ਤੋਂ ਬਾਅਦ ਕੀ ਆਉਂਦਾ ਹੈ B ਤੇ O ਤੋਂ ਬਾਅਦ ਕੀ ਆਉਂਦਾ ਹੈ P। ਵੀ ਇੱਕ ਇੱਕ ਅੱਖਰ ਛੱਡਿਆ ਹੈ। ਸੇਮ ਟੂ ਸੇਮ ਇੱਥੇ ਵੀ F ਤੋਂ ਬਾਅਦ ਕੀ ਆਉਂਦਾ ਹੈ G, I ਤੋਂ ਬਾਅਦ ਕੀ ਆਉਂਦਾ ਹੈ J, E ਤੋਂ ਬਾਅਦ ਕੀ ਆਉਂਦਾ ਹੈ F। ਸੇਮ ਟੂ ਸੇਮ ਆਪਾਂ ਐਵੇਂ ਕਰਾਂਗੇ। O ਤੋਂ ਬਾਅਦ ਕੀ ਆਉਂਦਾ ਹੈ P, O ਤੋਂ ਬਾਅਦ ਕੀ ਆਉਂਦਾ ਹੈ P, ਸੇਮ ਟੂ ਸੇਮ R ਤੋਂ ਬਾਅਦ ਕੀ ਆਉਂਦਾ ਹੈ PQR ਤੋਂ ਬਾਅਦ S, ਤਾਂ PPS ਕੀ ਹੋਊਗਾ ਜਿਹਦਾ ਆਂਸਰ ਹੋਊਗਾ। ਅੱਗੇ ਕੀ ਹੈ એનર્ਜੀ। ਇਹਦੇ ਵਿੱਚ ਵੀ ਹੋਰ ਕੁਝ ਨਹੀਂ ਕੀਤਾ ਗਿਆ, ਬਿਲਕੁਲ ਸੇਮ ਕੀਤਾ ਗਿਆ। ਕਿਵੇਂ ਹੈ ਦੇਖੋ, E ਤੋਂ ਬਾਅਦ ਕੀ ਆਉਂਦਾ ਹੈ F, R ਤੋਂ ਬਾਅਦ S, S ਤੋਂ ਬਾਅਦ T। ਸੌਰੀ ਇਹਦੇ ਵਿੱਚ ਆ ਲੌਜਿਕ ਨਹੀਂ ਹੈਗਾ, ਇੱਕ ਮਿੰਟ ਖੜ ਜਾਓ, ਇੱਥੋਂ ਜ਼ਿਆਦਾ ਕਲੀਅਰ ਹੋਊਗਾ। ਦੇਖੋ ਇੱਥੇ ਕੀ ਸੀਗਾ DQJ, I ਤੋਂ ਬਾਅਦ ਲਾਸਟ ਵਾਲਾ J, P ਤੋਂ ਬਾਅਦ Q, ਉਹ ਤੋਂ ਬਾਅਦ C ਤੋਂ ਬਾਅਦ D। ਇਹਦੇ ਵਿੱਚ ਕੀ ਕਰਤਾ ਸਿੰਪਲ ਰਿਵਰਸ ਕਰਤਾ, ਪਹਿਲਾਂ ਲਾਸਟ ਨੂੰ ਜਾ ਕੇ ਮਿਲਦਾ, ਜਿਵੇਂ ਕਿ S ਤੋਂ ਬਾਅਦ T, R ਤੋਂ ਬਾਅਦ S, E ਤੋਂ ਬਾਅਦ F। ਇਹਦਾ ਮਤਲਬ ਪਹਿਲਾਂ ਕਿਹਨੂੰ ਜਾ ਕੇ ਮਿਲਦਾ ਲਾਸਟ ਨੂੰ। E ਤੋਂ ਬਾਅਦ ਕੀ ਆਊਗਾ ਜੀ ਉਰੇ F, E ਤੋਂ ਬਾਅਦ F ਤੇ G ਤੋਂ ਬਾਅਦ H। ਤੇ ਇਹਦਾ ਆਂਸਰ ਕੀ ਆਊਗਾ ਜੀ HF। ਇਹ ਵੀ ਬਹੁਤ ਵਧੀਆ ਕੁਐਸਚਨ ਸੀਗਾ। ਅੱਗੇ ਆਪਣੇ ਕੋਲੇ ਕੀ ਕਿਹਾ ਬਰੀਜ਼ ਦਾ ਕੀ ਆ ਗਿਆ ਸਾਈਕਲੋਨ। ਸਾਈਕਲੋਨ ਕੀ ਹੁੰਦਾ ਇੱਕ ਤਰੀਕੇ ਨਾਲ ਤੂਫਾਨ ਹੁੰਦਾ। ਡ੍ਰਿਜ਼ਲ ਦਾ ਮਤਲਬ ਕੀ ਹੁੰਦਾ ਡ੍ਰਿਜ਼ਲਿੰਗ ਹੁੰਦੀ ਥੋੜੀ ਥੋੜੀ ਨਾ ਕਰੋ। ਅੰਮ੍ਰਿਤ ਮਾਨ ਦਾ ਗਾਣਾ ਹੈ, ਅੱਜ ਕੱਲ ਅੰਮ੍ਰਿਤ ਮਾਨ ਦੇ ਪਿਤਾ ਜੀ ਵਿਵਾਦਾਂ 'ਚ ਘਿਰੇ ਹੋਏ ਨੇ। ਸੋ ਹੁੰਦੀ ਹੈ ਡ੍ਰਿਜ਼ਲਿੰਗ, ਡ੍ਰਿਜ਼ਲਿੰਗ ਥੋੜੀ ਥੋੜੀ ਬੂੰਦਾਬਾਂਦੀ ਨੂੰ ਕਹਿੰਦੇ ਨੇ। ਤੇ ਬੂੰਦਾਬਾਂਦੀ ਵਿਗੜ ਕੇ ਕੀ ਬਣਦੀ ਹੈ ਡਾਊਨਪੋਰ, ਮਤਲਬ ਮੋਹਲੇਧਾਰ ਮੀਂਹ, ਮੂਸਲੇਧਾਰ ਵੀ ਕਹਿੰਦੇ ਨੇ, ਬਹੁਤ ਜ਼ਿਆਦਾ ਮੀਂਹ ਪੈਣਾ। ਬ੍ਰੈਡ, ਯੀਸਟ ਤਾਂ ਕਰਡ ਕੀ ਹੋਊਗਾ। ਬ੍ਰੈਡ ਮਤਲਬ ਕੀ ਹੈ, ਬ੍ਰੈਡ ਕਿੱਥੋਂ ਬਣਦੀ ਹੈ ਯੀਸਟ ਦੀ ਜ਼ਰੂਰਤ ਪੈਂਦੀ ਹੈ ਬ੍ਰੈਡ ਬਣਾਉਣ ਲਈ। ਉਵੇਂ ਹੀ ਬੈਕਟੀਰੀਆ ਦੀ ਲੋੜ ਕੀ ਪੈਂਦੀ ਹੈ ਕਰਡ। ਕਰਡ ਮਤਲਬ ਦਹੀਂ ਬਣਾਉਣ ਦੇ ਲਈ ਬੈਕਟੀਰੀਆ ਦੀ ਆਪਾਂ ਨੂੰ ਕੀ ਪੈਂਦੀ ਹੈ ਜੀ ਲੋੜ ਪੈਂਦੀ ਹੈ, ਠੀਕ ਹੈ ਜੀ। ਸੋ ਇਹਦੇ ਵਿੱਚ ਕੀ ਹੈ ਆਪਾਂ ਨੇ ਔਡ ਵਨ ਆਊਟ ਲੱਭਣਾ। ਟੈਂਪਲ, ਚਰਚ ਤੇ ਮੋਸਕੋ, ਇਹ ਤਿੰਨੇ ਕੀ ਨੇ ਆਪਣੇ ਕੋਲ ਧਾਰਮਿਕ ਜਗ੍ਹਾਵਾਂ ਨੇ। ਇਹ ਤਾਂ ਇਹਦੇ ਵਿੱਚ ਮੋਨੈਸਟਰੀ ਕੀ ਹੋਗੀ ਔਡ ਹੋਗੀ। ਚੰਡੀਗੜ੍ਹ, ਮੁੰਬਈ ਤੇ ਲਖਨਊ, ਇਹ ਤਿੰਨੇ ਕੀ ਨੇ ਆਪਣੇ ਕੋਲ ਕੈਪੀਟਲ ਨੇ, ਪਰ ਆਂਧਰਾ ਪ੍ਰਦੇਸ਼ ਆਪਣੇ ਕੋਲ ਕੀ ਹੈ ਜੀ ਸਟੇਟ ਹੈ। ਨਜ਼ਰਾਂ ਵਾਲੀਆਂ ਐਨਕਾਂ, ਧੁੱਪ ਵਾਲੀਆਂ ਐਨਕਾਂ ਜਾਂ ਦੂਰਬੀਨ। ਤੇ ਆਹ ਕੀ ਆ ਮਾਈਕ੍ਰੋਫੋਨ। ਮਾਈਕ੍ਰੋਫੋਨ ਕੀ ਹੁੰਦੀ ਆਵਾਜ਼ ਸੁਣਨ ਲਈ ਹੁੰਦਾ ਤੇ ਬਾਕੀ ਸਾਰੇ ਇਹ ਦੇਖਣ ਵਾਲੀ ਚੀਜ਼ਾਂ ਨੇ। ਤਾਂ ਇਹ ਆਪਣੇ ਕੋਲ ਕੀ ਹੋ ਗਿਆ ਆਂਸਰ ਹੋ ਗਿਆ, ਠੀਕ ਹੈ। ਬਹੁਤ ਹੀ ਈਜ਼ੀ ਟਾਈਪ ਦੇ ਕੁਐਸਚਨ ਸੀਗੇ। ਹੁਣ ਆਹ ਬਹੁਤ ਵਧੀਆ ਹੈ ਦੇਖੋ, ਡਾਕਟਰ, ਹਿਊਮਨ ਬੀਇੰਗਸ ਤੇ ਰੈਪਟਾਈਲ, ਰੀਂਗਣ ਵਾਲੇ ਜਾਨਵਰ। ਤਾਂ ਇਹ ਦੋਨੋਂ ਤਾਂ ਰੀਂਗਣ ਵਾਲੇ ਹੁੰਦੇ ਨਹੀਂ। ਇਹਦਾ ਮਤਲਬ ਕੀ ਹੈ ਇਹਦੇ ਵਿੱਚ ਕੀ ਆ ਗਿਆ ਡਾਕਟਰ ਕੀ ਹੈ ਮਨੁੱਖ ਹੈ, ਤਾਂ ਇਹ ਤਾਂ ਔਲ ਆ ਗਿਆ। ਬਾਹਰ ਕੀ ਆ ਗਿਆ ਮਨੁੱਖ ਆ ਗਿਆ, ਅੰਦਰ ਕੀ ਆ ਗਏ ਡਾਕਟਰ ਆ ਗਏ, ਤੇ ਆਹ ਕੀ ਹੋ ਗਏ ਰੀਂਗਣ ਵਾਲੇ ਜਾਨਵਰ। ਤਾਂ ਪਹਿਲੇ ਦਾ ਕੀ ਆ ਗਿਆ ਜੀ ਬੀ। ਅੱਗੇ ਕੀ ਆ ਉਹਨੇ ਕੀ ਹੈ ਜੂਸ, ਨਿੰਬੂ ਪਾਣੀ, ਬੈਵਰੇजेस, ਠੀਕ ਹੈ। ਬੈਵਰੇजेस ਮਤਲਬ ਪੀਣ ਵਾਲਾ ਪਦਾਰਥ। ਨਿੰਬੂ ਪਾਣੀ ਤੇ ਜੂਸ ਪੀਣ ਵਾਲੇ ਪਦਾਰਥ ਨੇ। ਤਾਂ ਅਕੋਰਡਿੰਗ ਟੂ ਆਹ ਆਪਸ਼ਨ ਇਹ ਬਣੂਗਾ ਆਪਣੇ ਕੋਲ ਜੀ, ਠੀਕ ਹੈ। ਜੂਸ, ਨਿੰਬੂ ਕੀ ਹੋ ਗਏ ਜੂਸ ਤੇ ਨਿੰਬੂ, ਆਹ ਕੀ ਹੈ ਪੀਣ ਵਾਲੇ ਪਦਾਰਥ। ਵੈਸੇ ਐਕਚੁਅਲ ਦੇ ਵਿੱਚ ਇਹਦੇ ਵਿੱਚ ਕੀ ਬਣਨਾ ਚਾਹੀਦਾ ਸੀ ਪੀਣ ਵਾਲੇ ਪਦਾਰਥ ਅਕੋਰਡਿੰਗ ਟੂ ਮੀ। ਉਹ ਤੋਂ ਬਾਅਦ ਜੂਸ ਤੇ ਨਿੰਬੂ ਪਾਣੀ, ਕਿਉਂਕਿ ਨਿੰਬੂ ਪਾਣੀ ਇੱਕ ਜੂਸ ਪੀਣ ਵਾਲੇ ਜੈਸੇ, ਜੂਸ ਮਤਲਬ ਪੀਣ ਵਾਲੀ ਚੀਜ਼, ਠੀਕ ਹੈ। ਬਾਕੀ ਅਕੋਰਡਿੰਗ ਟੂ ਆਪਸ਼ਨ ਇੱਥੇ ਆਂਸਰ ਸੀ ਜੀ ਠੀਕ ਰਹੂਗਾ। ਅੱਗੇ ਉਹਨੇ ਕੀ ਕਿਹਾ ਫੀਮੇਲ ਮਦਰਸ ਤੇ ਟੀਚਰ। ਫੀਮੇਲ ਮਦਰਸ ਤੇ ਟੀਚਰ ਕੀ ਹੁੰਦੀਆਂ ਨੇ ਦੇਖੋ, ਸਾਰੀਆਂ ਮਦਰਸ ਫੀਮੇਲ ਹੁੰਦੀਆਂ ਨੇ, ਤਾਂ ਇਹਦੇ ਵਿੱਚ ਆਲ ਤਾਂ ਬਣੂਗਾ ਹੀ ਬਣੂਗਾ। ਜਿਹਨੇ ਮੈਥੋਂ ਰੀਜ਼ਨਿੰਗ ਲਾਈ ਉਹਨੂੰ ਪਤਾ ਹੋਊਗਾ, ਤਾਂ ਆਲ ਤਾਂ ਬਣੂਗਾ। ਟੀਚਰ ਦੇ ਵਿੱਚ ਕੀ ਹੋਊਗਾ ਸਮ, ਇੱਧਰ ਵੀ ਸਮ ਹੋਊਗਾ। ਕੁਝ ਮਦਰ ਟੀਚਰ ਹੁੰਦੀਆਂ ਨੇ ਕੁਝ ਨਹੀਂ ਹੁੰਦੀਆਂ, ਇੱਧਰ ਵੀ ਕੁਝ ਫੀਮੇਲ ਟੀਚਰ ਹੁੰਦੀਆਂ ਨੇ ਕੁਝ ਨਹੀਂ ਹੁੰਦੀਆਂ। ਤਾਂ ਇਹਦੀ ਆਪਸ਼ਨ ਕੀ ਆ ਜੂਗੀ ਡੀ। ਆ ਆਪਣੇ ਕੋਲ ਕੀ ਆ ਗਈ ਫੀਮੇਲਸ, ਓ ਸੌਰੀ ਮਦਰਸ, ਇਹ ਆਪਣੇ ਕੋਲ ਫੀਮੇਲ ਤੇ ਇਹ ਕਿਹਦਾ ਆ ਗਿਆ ਟੀਚਰਸ ਦਾ, ਠੀਕ ਹੈ ਜੀ ਅਕੋਰਡਿੰਗ ਟੂ ਆਪਸ਼ਨ। ਤਾਂ ਇਹਦਾ ਡੀ ਆ ਜੂਗਾ ਜੀ, ਗਲਤ ਲਾਇਆ ਜਿਹਨੇ ਵੀ ਲਾਇਆ। ਅੱਗੇ ਆਪਣੇ ਕੋਲੇ ਕੀ ਹੈ
ये मैं थोड़ा पीपीटी च करा देना, ठीक है, इतों स्क्रीनशॉट लैके। और आई थिंक इतने गुणा इन्हें कट रखी, इतने गुणा होगी, चलो कोई नहीं, मैं देख लूँ क्वेश्चन के। ये भी मैं ਤੁਹਾਨੂੰ ਪੀਪੀਟੀ 'ਚ ਕਰਾ ਦੇਣਾ ਬਸ। ਇਹ ਤੋਂ ਬਾਅਦ ਤੁਹਾਨੂੰ ਆਹੀ ਵੀਡੀਓ ਦੇ ਵਿੱਚ ਮਿਲ ਜੂਗਾ। ਇਹਦੇ ਵਿੱਚ ਕੀ ਕਹਿੰਦਾ, ਪੁਆਇੰਟਿੰਗ ਟੂ ਮੈਨ ਔਨ ਦਾ ਸਟੇਜ, ਇੱਕ ਬੰਦੇ ਵੱਲ ਇਸ਼ਾਰਾ ਕਰਕੇ ਰਿਹਾਨਾ ਕਹਿੰਦੀ, ਕੀ ਕਹਿੰਦੀ ਕਿ ਉਹ ਮੇਰੇ ਪਤੀ, ਆ ਮੈਂ ਆ ਰਿਹਾਨਾ, ਮੇਰੇ ਪਤੀ, ਮੇਰੇ ਪਤੀ ਦੀ ਪਤਨੀ ਮੈਂ ਹੀ ਹੋਈ, ਦੀ ਧੀ, ਧੀ ਦਾ ਭਰਾ, ਆ ਮੈਂ ਆ ਜੀ, ਠੀਕ ਹੈ। ਦਾ ਭਰਾ ਸਟੇਜ ਤੇ ਮੌਜੂਦ ਵਿਅਕਤੀ ਦਾ ਰਿਹਾਨਾ ਨਾਲ ਕੀ ਸੰਬੰਧ ਹੈ, ਤਾਂ ਜਿਹੜਾ ਮੌਜੂਦ ਵਿਅਕਤੀ ਹੈ ਸਟੇਜ ਦੇ ਉੱਤੇ, ਆ ਵਿਅਕਤੀ ਮੌਜੂਦ ਹੈ, ਆ ਰਿਹਾਨਾ ਹੈ, ਤਾਂ ਉਹ ਰਿਹਾਨਾ ਦਾ ਕੀ ਲੱਗਿਆ ਜੀ, ਉੱਤਰ ਲੱਗਿਆ। ਉਹ ਰਿਹਾਨਾ ਦਾ ਕੀ ਲੱਗਿਆ, ਉੱਤਰ ਲੱਗਿਆ। ਪੋਇੰਟਿੰਗ ਟੂ ਅ ਲੇਡੀ ਇਨ ਦਾ ਫੋਟੋਗ੍ਰਾਫ, ਇੱਕ ਔਰਤ ਵੱਲ ਇਸ਼ਾਰਾ ਕਰਕੇ ਅੰਜਲੀ ਕਹਿੰਦੀ ਕਿ ਇਹਦਾ, ਇਹਦੇ ਕਨੀ ਇਸ਼ਾਰਾ ਕਰ ਲਿਆ, ਉਹ ਇਹਦੇ ਕਨੀ ਇਸ਼ਾਰਾ ਕਰਕੇ ਕਹਿੰਦੀ ਕਿ ਇਹਦਾ ਮੁੰਡਾ, ਠੀਕ ਹੈ, ਹਰ ਸੰਦ ਫਾਦਰ, ਇਹਦੇ ਮੁੰਡੇ ਦਾ ਪਿਤਾ, ਮਤਲਬ ਇਹਦਾ ਹਸਬੈਂਡ, ਇਹਦੇ ਮੁੰਡੇ ਦਾ ਪਿਤਾ ਕੌਣ ਹੈ, ਸਨ ਇਨ ਲॉ ਆਫ ਮਾਈ ਮਦਰ, ਮੇਰੀ ਮਾਂ ਦਾ ਸਨ ਇਨ ਲॉ ਹੈ। ਤਾਂ ਹੁਣ ਜੇ ਮੈਂ ਹੀ ਹੁੰਦੀ, ਜੇ ਮੈਂ ਹੀ ਹੁੰਦੀ ਤਾਂ ਮੇਰੀ ਮਾਂ ਦਾ ਸਨ ਇਨ ਲॉ, ਆ ਮੇਰੀ ਮਾਂ ਦਾ ਸਨ ਇਨ ਲॉ, ਪਰ ਇੱਥੇ ਓਨ, ਨਹੀਂ ਤਾਂ ਆਨਸਰ ਓਨ ਹੁੰਦਾ। ਓਨ ਤਾਂ ਆਇਆ ਨਹੀਂ, ਇਹਦਾ ਮਤਲਬ ਮੇਰੀ ਮਾਂ ਕੌਣ ਹੋਊਗੀ, ਮੈਂ ਇਹਦੀ ਭੈਣ ਆ, ਮੈਂ ਇਹਦੀ ਭੈਣ ਆ, ਤੇ ਮੈਂ ਕੀ ਕਹਿ ਰਹੀ ਹਾਂ ਕਿ ਇਹਦਾ, ਜਿਹਦੇ ਵੱਲ ਮੈਂ ਇਸ਼ਾਰਾ ਕਰਨੀ ਆ, ਇਹਦੇ ਵੱਲ ਮੈਂ ਇਸ਼ਾਰਾ ਕਰਨੀ ਆ, ਇਹਦਾ ਮੁੰਡੇ ਦਾ ਪਿਤਾ ਮੇਰੀ ਮਾਂ ਦਾ ਕੀ ਲੱਗਦਾ ਹੈ, ਜਮਾਈ ਲੱਗਦਾ, ਤਾਂ ਇਹ ਮੇਰੀ ਕੀ ਲੱਗੀ, ਇਹ ਮੇਰੀ ਭੈਣ ਲੱਗੀ, ਸਿਸਟਰ ਲੱਗੀ, ਦੀਦੀ ਲੱਗੀ, ਠੀਕ ਹੈ ਜੀ। ਮਿਸਟਰ ਸਿਧਾਰਥ ਵਾਕ 90 ਮੀਟਰ ਨਾਰਥ, 90 ਮੀਟਰ ਉਹ ਕਿੱਧਰ ਚੱਲੇ ਜੀ, ਨਾਰਥ ਵੱਲ ਚੱਲੇ। ਉਹ ਤੋਂ ਬਾਅਦ ਟੁੱਕ ਲੈਫਟ ਟਰਨ ਐਂਡ ਬੀ ਚੱਲੇ, ਠੀਕ ਹੈ, 90 ਮੀਟਰ ਉਹ ਨਾਰਥ ਵੱਲ ਚੱਲੇ ਸੀਗੇ ਜੀ। ਉਹ ਤੋਂ ਬਾਅਦ ਖੱਬੇ ਮੁੜ ਕੇ ਉਹ ਬੀ ਚੱਲੇ, ਹੀ ਟੁੱਕ ਲੈਫਟ ਟਰਨ ਐਂਡ ਵਾਕ, ਉਹ ਤੋਂ ਬਾਅਦ ਖੱਬੇ ਮੁੜ ਕੇ ਉਹ 40 ਚੱਲੇ। ਜੇ ਆਪਾਂ ਨੂੰ ਪਤਾ ਹੋਵੇ ਇਹ ਕਿੰਨੇ ਚੱਲੇ ਹੋਏ ਨੇ, ਕੁੱਲ 90, ਪਰ ਇਹ ਕਿੰਨੇ ਚੱਲੇ ਹੋਏ ਨੇ, ਖੱਬੇ ਮੁੜ ਕੇ 40 ਚੱਲੇ। ਹਾਊ ਫਾਰ ਐਂਡ ਇਨ ਵਿਚ ਡਾਇਰੈਕਸ਼ਨ ਹੀ ਇਜ਼ ਫਰੋਮ ਦਾ ਸਟਾਰਟਿੰਗ ਪੁਆਇੰਟ, ਤਾਂ ਸਟਾਰਟਿੰਗ ਪੁਆਇੰਟ ਤੋਂ ਕਿਹੜੀ ਦਿਸ਼ਾ ਵੱਲ ਆ ਗਏ, ਨਾਰਥ ਵੈਸਟ ਵੱਲ ਆ ਗਏ, ਤਾਂ ਆਂਸਰ ਨਾਰਥ ਵੈਸਟ ਕੋਈ ਹੈ, ਨਾਰਥ ਵੈਸਟ ਤਾਂ ਕੋਈ ਹੈ ਨਹੀਂ ਨਾ। ਇੱਕ ਮਿੰਟ ਖੜ ਜਾਓ, ਮੈਂ ਗਲਤ ਨਹੀਂ ਕਰ ਗਿਆ, ਚੈੱਕ ਕਰ ਲੈਂਦੇ ਆ। ਹਾਂ ਦੁਬਾਰਾ, ਕਿ ਉੱਤਰ ਵੱਲ 40 ਮੀਟਰ ਚੱਲੇ, ਸੌਰੀ ਮੈਂ 90 ਲਾ ਗਿਆ ਸੀ, ਉੱਥੇ 40 ਚੱਲੇ। ਉੱਪਰ ਨੂੰ ਕਿੰਨਾ ਚੱਲੇ ਜੀ, ਉਹ 40 ਚੱਲੇ। ਇੱਥੇ ਨਾ ਸਹੀ ਨਹੀਂ ਚੱਲਦੀ, ਚਲੋ ਕੋਈ ਨਹੀਂ। ਉੱਪਰ ਨੂੰ 40 ਚੱਲੇ ਤੇ ਖੱਬੇ ਮੁੜ ਕੇ ਕਿੰਨਾ ਚੱਲੇ, 20 ਚੱਲੇ, ਤੇ ਉਹ ਤੋਂ ਬਾਅਦ ਅਗੇਨ ਲੈਫਟ ਚੱਲ ਮੁੜ ਕੇ ਕਿੰਨਾ ਗਏ, 40 ਗਏ, ਲੈਫਟ ਮੁੜ ਕੇ 40 ਗਏ, ਤੇ ਇਨ ਵਿਚ ਡਾਇਰੈਕਸ਼ਨ ਉਹ ਫਰੋਮ ਦਾ ਸਟਾਰਟਿੰਗ ਪੁਆਇੰਟ, ਤਾਂ ਸਟਾਰਟਿੰਗ ਪੁਆਇੰਟ ਤੋਂ ਕਿਹੜੀ ਦਿਸ਼ਾ ਵੱਲ ਨੇ, ਵੈਸਟ ਵੱਲ ਨੇ, ਤੇ ਵੈਸਟ ਆਪਣੇ ਕੋਲ ਇੱਕੋ ਹੀ ਆਂਸਰ ਹੈ, ਤੇ ਦੂਰੀ ਵੀ ਕਿੰਨੀ ਹੈ, 20 ਹੈ, ਤਾਂ ਆਪਣਾ ਆਂਸਰ ਡੀ ਆ ਜੂਗਾ, ਠੀਕ ਹੈ ਜੀ। ਅੱਗੇ ਆਪਣੇ ਕੋਲੇ ਕੀ ਕਹਿੰਦਾ, ਆਈ ਐਮ ਫੇਸਿੰਗ ਈਸਟ, ਮੈਂ ਈਸਟ ਵੱਲ ਮੂੰਹ ਕਰ ਰੱਖਿਆ। 100 ਕਿੱਧਰ ਗਿਆ ਜੀ, ਕਲੌਕਵਾਈਜ਼ ਗਿਆ। ਉਹ ਤੋਂ ਬਾਅਦ 145 ਕਿੱਧਰ ਗਿਆ, ਐਂਟੀ ਕਲੌਕਵਾਈਜ਼ ਗਿਆ। 145 ਐਂਟੀ ਕਲੌਕਵਾਈਜ਼ ਗਿਆ, ਤਾਂ ਕੱਟ ਕੇ ਕੀ ਆ ਗਿਆ ਜੀ ਮੇਰੇ ਕੋਲੇ, 45 ਡਿਗਰੀ ਐਂਟੀ ਕਲੌਕਵਾਈਜ਼, ਮਤਲਬ ਕੀ ਹੈ, ਮੈंने 45 ਡਿਗਰੀ ਐਂਟੀ ਕਲੌਕਵਾਈਜ਼ ਮੁੜਨਾ ਹੈ। ਆ ਮੈਂ ਈਸਟ ਸੀਗਾ, 45 ਡਿਗਰੀ ਐਂਟੀ ਕਲੌਕਵਾਈਜ਼ ਮੈਂ ਇੱਧਰ ਨੂੰ ਮੁੜ ਗਿਆ, ਤੇ ਇਹ ਕਿਹੜੀ ਦਿਸ਼ਾ ਹੋਗੀ ਜੀ, ਨਾਰਥ ਈਸਟ, ਤਾਂ ਆਂਸਰ ਮੇਰਾ ਕੀ ਆ ਗਿਆ, ਨਾਰਥ ਈਸਟ। ਅੱਗੇ ਆਪਣੇ ਕੋਲੇ ਕੀ ਹੈ ਕਿ ਸ਼ੁੱਧ ਸ਼ਬਦ ਜੋੜ ਕਿਹੜਾ ਹੈ, ਤਾਂ ਤੁਹਾਨੂੰ ਪਤਾ ਹੈ ਵਿਹੜੇ ਦੇ ਸਪੈਲਿੰਗ ਕੀ ਹੁੰਦੇ ਨੇ, ਉਹ ਤਾਂ ਬਿਲਕੁਲ ਹੀ ਗਲਤ ਲਾਇਆ ਜਿਹਨੇ ਲਾਇਆ ਜੀ, ਵਿਹੜੇ ਦੇ ਸਪੈਲਿੰਗ ਆ ਹੁੰਦੇ ਨੇ ਜੀ, ਵਿਹੜਾ। ਦੁਰਾਚਾਰ, ਤਾਂ ਦੁਰ ਆਚਾਰ, ਤਾਂ ਇਹਦਾ ਕੀ ਆਊਗਾ ਜੀ, ਦੁਰ, ਤਾਂ ਅਗੇਤਰ ਕਿਹੜਾ ਹੈ, ਦੁਰ ਆਚਾਰ। ਲੁਟੇਰਾ ਸ਼ਬਦ ਦਾ ਪਿਛੇਤਰ ਕਿਹੜਾ ਹੈ, ਲੁੱਟ ਏਰਾ, ਲੁੱਟ ਏਰਾ। ਸ਼ਿਸ਼ਟਾਚਾਰ ਦਾ ਸਮਾਨਾਰਥਕ ਕਿਹੜਾ ਹੈ, ਤਾਂ ਤਹਿਜ਼ੀਬ ਦੇ ਵਿੱਚ ਰਹੋ, ਆਪਾਂ ਕੀ ਕਹਿੰਦੇ ਆ, ਸ਼ਿਸ਼ਟਾਚਾਰ ਦੇ ਵਿੱਚ ਰਹੋ, ਠੀਕ ਹੈ ਜੀ। ਅਕਿਰਤਕਣ ਦਾ ਵਿਰੋਧੀ ਕੀ ਹੈ, ਤੁਹਾਨੂੰ ਪਤਾ ਹੈ, ਕਰਤਿੱਗ ਜਾਂ ਕਰਤਿਗਣ, ਕੱਲਾ ਕਰਤਿੱਗ। ਹੇਠ ਲਿਖਿਆ ਵਿੱਚੋਂ ਜਾਤੀਵਾਚਕ ਨਾਮ ਕਿਹੜਾ ਹੈ, ਤਾਂ ਮੁੰਡਾ ਕੀ ਹੈ, ਇੱਕ ਜਾਤੀਵਾਚਕ ਨਾਮ ਹੈ। ਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ, 5 ਹੁੰਦੀਆਂ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ, ਬਹੁਤ ਹੀ ਈਜ਼ੀ ਸੀਗਾ ਕੁਐਸਚਨ ਇਹ। ਅੱਗੇ ਆਪਣੇ ਕੋਲੇ ਕੀ ਕਹਿੰਦਾ ਹੈ ਕਿ ਮੇਰਾ ਇੱਕ ਜਮਾਤੀ ਜਿਹੜਾ ਹਰ ਵੇਲੇ ਪੜ੍ਹਦਾ ਰਹਿੰਦਾ, ਇਹਦੇ ਵਿੱਚ ਜਿਹੜਾ ਕੀ ਹੈ, ਤਾਂ ਜਿਹੜਾ ਇਹਦੇ ਵਿੱਚ ਸੰਬੰਧਵਾਚਕ ਪੜ੍ਹਨਾਂਵ ਹੈ, ਮੈਂ ਤੁਹਾਨੂੰ ਕਰਾਇਆ ਜੋ, ਜਿਹੜਾ ਜਿਸ ਇਹ ਸੰਬੰਧਵਾਚਕ ਪੜ੍ਹਨਾਂਵ ਹੁੰਦੇ ਨੇ। ਹੇਠ ਲਿਖਿਆ ਵਿੱਚੋਂ ਅਨਿਸ਼ਚੈਵਾਚਕ ਪੜ੍ਹਨਾਂਵ ਕਿਹੜਾ ਹੈ, ਇਹ ਗਲਤ ਹੈ, ਤਾਂ ਅਨੇਕ ਕੀ ਹੈ ਜੀ, ਅਨਿਸ਼ਚੈਵਾਚਕ ਪੜ੍ਹਨਾਂਵ ਹੈ, ਜਿਹਦੀ ਗਿਣਤੀ ਨਹੀਂ ਹੋ ਰਹੀ। ਮੁੰਡਾ ਪੜ੍ਹ ਰਿਹਾ, ਇਹਦੇ ਵਿੱਚ ਰਿਹਾ ਸ਼ਬਦ ਕੀ ਹੈ, ਤਾਂ ਮੁੰਡਾ ਪੜ੍ਹ ਰਿਹਾ ਹੈ, ਤਾਂ ਪੜ੍ਹ ਰਿਹਾ ਹੈ ਕੀ ਹੋਗੀ ਆਪਣੇ ਕੋਲੇ, ਮੁੱਖ ਕਿਰਿਆ ਹੋਗੀ। ਸੰਯੁਕਤ ਕਿਰਿਆ ਕੀ ਹੁੰਦੀ ਹੈ, ਜਿਹੜੀ ਦੋ ਕਿਰਿਆਵਾਂ ਦੇ ਸੰਯੋਗ ਤੋਂ ਬਣੇ, ਉਹਨੂੰ ਆਪਾਂ ਕੀ ਕਹਿੰਦੇ ਆ ਜੀ, ਸੰਯੁਕਤ ਕਿਰਿਆ ਕਹਿ ਦਿੰਦੇ ਆ। ਮੁਹਾਵਰਾ ਪੂਰਾ ਕਰੋ, ਡੈਸ਼ ਕੱਪੜੀ ਅੱਗ ਲਗਾਉਣਾ, ਤਾਂ ਸੱਤੀ ਕੱਪੜੀ ਅੱਗ ਲੱਗਣਾ, ਜਦੋਂ ਬਹੁਤ ਗੁੱਸਾ ਆ ਜਾਂਦਾ। ਖਾਣ ਪੂਰਾ ਕਰੋ, ਕੋ ਨਾ ਤੂਰੀ ਬਾਬਾ ਤਿਹਾਈ, ਵੀ ਥੋੜਾ ਜਿਹਾ ਕੰਮ ਕਰਕੇ ਜਦੋਂ ਬੰਦਾ ਥੱਕਣਾ ਜੇ। ਅੰਗਰੇਜ਼ੀ ਸ਼ਬਦ ਫਾਈਲ ਦਾ ਪੰਜਾਬੀ ਸਮਾਨਾਰਥਕ ਸ਼ਬਦ ਕੀ ਹੈ, ਤਾਂ ਦੇਖੋ ਫਾਈਲ ਦਾ ਸੂਚਨਾ ਨਹੀਂ ਹੁੰਦਾ, ਹਦਾਇਤ ਨਹੀਂ ਹੁੰਦਾ। ਹੁਣ ਮਿਸਲ ਨਹੀਂ ਹੁੰਦਾ, ਤਾਂ ਓਬਵੀਅਸ ਜੀ ਗੱਲ ਹੈ ਲੇਖੇ ਦੀ ਮੱਧ ਹੋਊਗਾ,
ਮੈਨੂੰ ਕਿਤੇ ਮਿਲਿਆ ਨਹੀਂ, ਬਟ ਮੈਂ ਸ਼ੋਰ ਹਾਂ ਕਿ 95% ਇਹੀ ਹੋਊਗਾ। ਠੀਕ ਹੈ, ਮਿਸਲ ਨਹੀਂ ਹੁੰਦਾ, ਲੇਖੇ ਦੀ ਮੱਧ ਹੀ ਹੋਊਗਾ। ਬਾਕੀ ਡਿਪੈਂਡ ਕਰਦਾ ਜਦੋਂ ਆਨਸਰ ਕੀ ਆਈ, ਮੈਂ ਪਰ ਸ਼ੋਰ ਹਾਂ ਕਿ ਲੇਖੇ ਦੀ ਮੱਧ ਹੀ ਹੋਊਗਾ। ਬਹੁਤ ਵਧਾ ਚੜਾ ਕੇ ਕੀਤੀ ਗੱਲ, ਇਹ ਆਪਾਂ ਕਹਿੰਦੇ ਆ ਅਤ ਕਥਨੀ ਕਰਤੀ, ਇਹ ਤਾਂ ਬਹੁਤ ਹੀ ਜ਼ਿਆਦਾ ਅਤ ਕਥਨੀ ਕਰ ਰਿਹਾ। ਠੀਕ ਹੈ ਜੀ, ਅੱਗੇ ਜੇ ਮੈਂ ਕੰਪਿਊਟਰ ਦੀ ਗੱਲ ਕਰਾਂ ਤਾਂ ਬੇਸਿਕ ਕੰਪਿਊਟਰ ਦਾ ਆਰਕੀਟੈਕਚਰ ਕਿਹਨੇ ਦਿੱਤਾ ਸੀਗਾ? JV ਨਿਊਮਨ ਨੇ ਜਾਂ ਜੌਨ ਵੌਨ ਨਿਊਮਨ ਨੇ। ਪਹਿਲਾ ਸੁਪਰ ਕੰਪਿਊਟਰ ਕਿਹੜਾ ਸੀ ਭਾਰਤ ਦਾ? ਪਰਮ। ਜੇ ਪੂਰੀ ਪ੍ਰੀਸਾਈਜ਼ਲੀ ਕਹਾਂ ਤਾਂ ਪਰਮ 800 ਸੀਗਾ ਜੀ। ਠੀਕ ਹੈ, ਕਿੱਥੇ ਬਣਿਆ ਸੀ? C-DEC ਦੇ ਵਿੱਚ। ਇਹ ਆਪਾਂ ਥਿਊਰੀ ਲੈਕਚਰ ਫੇਰ ਲਗਾ ਲਾਂਗੇ। ਇਹ ਕੰਪਿਊਟਰ ਨੈਟਵਰਕ ਵਿੱਚ ਯੂਜ਼ਡ ਵਿਦ ਇਨ ਅ ਬਿਲਡਿੰਗ, ਇੱਕ ਬਿਲਡਿੰਗ ਦੇ ਵਿੱਚ ਜਿਹੜਾ ਯੂਜ਼, ਉਹਨੂੰ ਆਪਾਂ ਕਹਿੰਦੇ ਆ ਲੈਨ ਨੈਟਵਰਕ, ਲੋਕਲ ਏਰੀਆ ਨੈਟਵਰਕ। FTP ਦੀ ਫੁੱਲ ਫਾਰਮ ਹੁੰਦੀ ਆ ਫਾਈਲ ਟ੍ਰਾਂਸਫਰ ਪ੍ਰੋਟੋਕੋਲ, ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਅੱਗੇ ਕੀ ਆਪਣੇ ਕੋਲੇ ਕੰਪਿਊਟਰ ਦੇ ਵਿੱਚ ਇੱਕ ਬਾਈਟ ਤੇ ਨਿਬਲ ਦੇ ਵਿੱਚ ਕਿੰਨੇ ਹੁੰਦੇ ਨੇ? ਬਾਈਟ ਦੇ ਵਿੱਚ 8 ਬਿਟ ਹੁੰਦੀਆਂ ਨੇ ਤੇ ਨਿਬਲ ਦੇ ਵਿੱਚ 4 ਬਿਟ ਹੁੰਦੀਆਂ ਹਨ। ਠੀਕ ਹੈ ਜੀ, ਅੱਗੇ ਕੀ ਕਹਿੰਦਾ ਕਿ ਵਿਚ ਆਫ ਦਾ ਫੋਲੋਇੰਗ ਇਨੇਬਲ ਅਸ ਟੂ ਸੈਂਡ ਦਾ ਲੈਟਰ ਆਫ ਡਿਫਰੈਂਟ ਪਰਸਨ, ਅਲੱਗ-ਅਲੱਗ ਬੰਦਿਆਂ ਨੂੰ ਭੇਜਣ ਲਈ ਆਪਾਂ ਮੇਲ ਮਰਜ ਯੂਜ਼ ਕਰਦੇ ਹਾਂ। ਸ਼ਾਰਟਕਟ ਟੂ ਗੋ ਲਾਸਟ ਲਾਈਨ ਦੇ ਵਿੱਚ ਜਾਣ ਲਈ ਆਪਾਂ ਕੀ ਯੂਜ਼ ਕਰਦੇ ਹਾਂ? ਕੰਟਰੋਲ ਪਲੱਸ ਐਂਡ ਯੂਜ਼ ਕਰਦੇ ਹਾਂ ਲਾਸਟ ਲਾਈਨ ਦੇ ਵਿੱਚ ਜਾਣ ਦੇ ਲਈ। ਠੀਕ ਹੈ, ਵਿਚ ਕਮਾਂਡ ਬ੍ਰਿੰਗਸ ਯੂ ਟੂ, ਪਹਿਲੀ ਸਲਾਈਡ ਦੇ ਵਿੱਚ ਆਉਣ ਲਈ ਆਪਾਂ ਦੇਖੋ ਕੰਟਰੋਲ ਪਲੱਸ ਹੋਮ ਯੂਜ਼ ਕਰਦੇ ਹਾਂ, ਕੰਟਰੋਲ ਪਲੱਸ H ਨੂੰ ਯੂਜ਼ ਨਹੀਂ ਕਰਦੇ ਜੀ। ਠੀਕ ਹੈ, ਵਟ ਡਜ਼ ਐਨ ਇਲੈਕਟ੍ਰੋਨਿਕ ਸਪਰੈਡਸ਼ੀਟ, ਤਾਂ ਉਹਦੇ ਵਿੱਚ ਰੋਜ਼ ਵੀ ਹੁੰਦੀਆਂ ਨੇ, ਕਾਲਮ ਵੀ ਹੁੰਦੇ ਨੇ, ਤੇ ਉਹਨਾਂ ਨੂੰ ਮਿਲ ਕੇ ਸੈੱਲ ਬਣਦੇ, ਤਾਂ ਆਲ ਆਫ ਦਾ ਅਬਵ ਕੀ ਆ ਜਾਊਗਾ ਜੀ? ਇਹਦਾ ਆਂਸਰ ਆ ਜਾਊਗਾ। ਠੀਕ ਹੈ, ਜੇ ਮੈਂ ਗੱਲ ਕਰਾਂ ਕਿ 2007 ਦੇ ਵਿੱਚ ਮਾਈਕਰੋਸਾਫਟ ਪਾਵਰ ਪੁਆਇੰਟ ਦੀ ਐਕਸਟੈਂਸ਼ਨ ਕੀ ਸੀ, ਤਾਂ ਡਾਟ PPT ਸੀ। ਠੀਕ ਹੈ ਜੀ, ਅੱਗੇ ਪੰਜਾਬ ਹਿਸਟਰੀ ਤੇ ਕਲਚਰ ਦੇ ਕੁਐਸਚਨ ਆ ਗਏ ਕਿ ਕਿਹੜੀ ਧਾਤ ਸੀ ਜਿਹੜੀ ਹੜੱਪਾ ਵਾਸੀ ਜਾਣੂ ਨਹੀਂ ਸੀ? ਤਾਂ ਆਇਰਨ ਤੋਂ ਉਹ ਜਾਣੂ ਨਹੀਂ ਸੀਗੇ। ਜਿਹੜੀ ਤਕਸ਼ਿਲਾ ਸੀਗੀ ਜੀ, ਉਹਦਾ ਜਿਹੜਾ ਡਿਕਲਾਈਨ ਪੀਰੀਅਡ ਆਇਆ ਲਗਭਗ 5ਵੀਂ ਸੈਂਚਰੀ ਦੇ ਵਿੱਚ ਆਇਆ ਸੀਗਾ ਜੀ। ਤਾਂ ਵਿੱਚ ਫੋਲੋਇੰਗ ਬੁੱਧਿਸਟ ਟੈਕਸਟ ਨਹੀਂ, ਵਿੱਚ ਹੈ ਬੁੱਧਿਸਟ ਟੈਕਸਟ ਕਿਹੜਾ ਹੈ? ਲਲਿਤਾ ਵਿਸਤਾਰਾ। ਇਹਨੇ ਗਲਤ ਲਾਇਆ, ਜੈਨਿਜ਼ਮ ਦਾ ਹੀ ਹੈ, ਅਗਾਵਾ ਜੈਨਿਜ਼ਮ ਦਾ ਹੈ। ਠੀਕ ਹੈ ਜੀ, ਅੱਗੇ ਉਹਨੇ ਕਿਹਾ ਤਾਂ ਹੀਰ ਕਿਹਨੇ ਲਿਖੀ? ਵਾਰਿਸ ਸ਼ਾਹ ਨੇ ਲਿਖੀ। ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਕਿਹਨੇ ਲਿਖੀ ਸੀ, ਤਾਂ ਉਹ ਕਿਹਨੇ ਲਿਖੀ ਸੀ ਜੀ? ਦਮੋਦਰ ਨੇ ਲਿਖੀ ਸੀ, ਸਭ ਤੋਂ ਪਹਿਲੀ ਹੀਰ ਜੀ ਨੇ ਲਿਖੀ ਸੀ। ਤਾਂ ਦੁੱਲਾ ਭੱਟੀ ਇਜ਼ ਦ ਫੋਕ ਹੀਰੋ ਆਫ ਪੰਜਾਬ, ਦ ਰੋਜ਼ ਇਨ ਰਿਵੋਲਟ, ਕਿਹਦੇ ਵਿਰੁੱਧ ਉਹਨੇ ਆਪਣਾ ਵਿਰੋਧ ਜਤਾਇਆ ਸੀਗਾ? ਤਾਂ ਜੀ ਅਕਬਰ ਦੇ ਵਿਰੁੱਧ ਜਤਾਇਆ ਸੀਗਾ। ਅੱਜ ਸਵੇਰੇ ਹੀ ਦੁੱਲਾ ਭੱਟੀ ਤੇ ਵੀਡੀਓ ਪਾਈ ਆ ਪੰਜਾਬ ਸਿਆਂ ਵਾਲੇ ਨੇ, ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ, ਪੰਜਾਬ ਸਿਆਂ ਬਹੁਤ ਵਧੀਆ ਚੈਨਲ ਹੈ। ਠੀਕ ਹੈ, ਉਹਨੂੰ ਜਾ ਕੇ ਜਰੂਰ ਦੇਖੋ, ਉਹਨੇ ਦੁੱਲਾ ਭੱਟੀ ਬਾਰੇ ਸਾਰਾ ਇਤਿਹਾਸ ਦੱਸਿਆ। ਠੀਕ ਹੈ ਜੀ, ਉਰਸ ਅਟਰੈਕਟ ਮਿਲੀਅਨਸ ਆਫ ਡਿਵੈਟੀਜ਼, ਉਰਸ ਲੱਖਾਂ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ। ਇਹ ਕੀ ਹੁੰਦਾ ਜੀ? ਇਹ ਸੂਫੀ ਸੰਤਾਂ ਦੀ ਬਰਸੀ ਨੂੰ ਕੀ ਕਹਿੰਦੇ ਨੇ ਆਪਾਂ? ਉਰਸ ਕਹਿ ਦਿੰਦੇ ਹਾਂ। ਜਿਵੇਂ ਚਿਸ਼ਤੀ ਸੀਗੇ, ਉਹਨਾਂ ਦੀ ਬਰਸੀ ਨੂੰ ਆਪਾਂ ਉਰਸ ਕਹਿ ਦਿੰਦੇ ਹਾਂ। ਬਾਬਾ ਫਰੀਦ ਜੀ ਦੀ ਸ਼ਰਾਈਨ, ਤਪ ਸਥਾਨ ਕਿੱਥੇ ਹੈ? ਤਾਂ ਉਹ ਪਾਕਪਟਮ ਦੇ ਵਿੱਚ, ਆਪਾਂ ਜਿਹਨੂੰ ਆਪਾਂ ਪਾਕਿਸਤਾਨ ਦੇ ਵਿੱਚ ਹੈ ਇਸ ਟਾਈਮ। ਠੀਕ ਹੈ ਜੀ, ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਭਗਤਾਂ ਤੇ ਭੱਟਾਂ ਦੀ ਬਾਣੀ ਦਰਜ ਹੈ? 15 ਭਗਤ ਤੇ 11 ਭੱਟਾਂ ਦੀ ਬਾਣੀ ਕੀ ਹੈ ਜੀ? ਦਰਜ ਹੈ। ਸਿੱਖ ਗੁਰੂ ਜਿਹੜੇ ਸੀਗੇ, ਉਹਨਾਂ ਵਿੱਚ ਜਿਹੜੀ ਵਰਤੀ ਜਾਣ ਵਾਲੀ ਲਿਪੀ ਗੁਰਮੁਖੀ ਲਿਪੀ ਹੈ, ਤਾਂ ਉਹਦਾ ਮਿਆਰੀਕਰਨ ਕਿਹਨਾਂ ਨੇ ਕੀਤਾ ਸੀਗਾ? ਗੁਰੂ ਅੰਗਦ ਦੇਵ ਜੀ ਨੇ। ਕਿੰਨਵੇਂ ਗੁਰੂ ਹੋਏ ਨੇ ਜੀ? ਇਹ ਦੂਜੇ ਗੁਰੂ ਹੋਏ ਨੇ। ਠੀਕ ਹੈ, ਤਾਂ ਅਬਦਾਲੀ ਜਿਹੜਾ ਸੀਗਾ, ਉਹਨਾਂ ਨੇ ਸਿੱਖਾਂ ਤੋਂ ਕਿਹੜੀ ਤੋਪ ਲਈ ਜਾਂ ਲੁੱਟੀ? ਜਮਜਮਾ ਤੋਪ। ਠੀਕ ਹੈ ਜੀ, ਜਿਹੜੇ ਕੂਕਾ ਸੀਗੇ ਜੀ, ਅੰਗਰੇਜ਼ਾਂ ਨੇ ਕਿੰਨੇ ਕੂਕੇ ਜਿਹੜੇ ਸੀਗੇ, ਉਹਨਾਂ ਨੂੰ ਕੈਨਨ ਮਤਲਬ ਕੀ ਹੈ? ਤੋਪ ਦੇ ਮੂੰਹ ਦੇ ਨਾਲ ਬੰਨ ਕੇ ਮਾਰਿਆ ਸੀਗਾ, ਤਾਂ 66 ਮਿਲਦੇ ਨੇ। ਕਿੰਨੇ ਮਿਲਦੇ ਨੇ? 66। ਜਿਹੜੀ ਬੈਟਲ ਆਫ ਸਾਰਾਗੜੀ ਹੋਈ ਸੀ, ਕਦੋਂ ਹੋਈ? 1897 ਦੇ ਵਿੱਚ। ਥੱਲੇ ਕਮੈਂਟ ਕਰਕੇ ਦੱਸਿਓ ਇਹਦੇ ਵਿੱਚ ਕਿਹੜੀ ਮੂਵੀ ਬਣੀ ਆ ਬਾਲੀਵੁੱਡ ਦੇ ਵਿੱਚ, ਇਹਦੇ ਤੇ ਜਿਹੜੀ ਬਣੀ ਆ। ਸੋ ਐਗਰੇਰੀਅਨ ਐਗੀਟੇਸ਼ਨ ਆਫ ਪੰਜਾਬ ਇਨ 1907 ਦੇ ਵਿੱਚ ਲਾਂਚਡ ਔਨ ਵਿਚ ਆਫ ਦਾ ਫੋਲੋਇੰਗ ਰੀਜ਼ਨ, ਕਿਹਦੇ ਕਰਕੇ ਹੋਇਆ ਸੀਗਾ ਜੀ? ਇਹਦੇ ਕਰਕੇ ਨਹੀਂ ਹੋਇਆ, ਤਾਂ ਇਹ ਕੋਲੋਨਾਈਜੇਸ਼ਨ ਬਿੱਲ ਕਰਕੇ ਹੋਇਆ ਸੀਗਾ ਜੀ। 1907 ਦੇ ਵਿੱਚ ਪੰਜਾਬ ਦਾ ਗਵਰਨਰ ਜਨਰਲ ਕਿਹੜਾ ਸੀ? ਦੱਸਿਓ, ਜਾਂ ਵਾਇਸਰਾਏ ਕਿਹੜਾ ਸੀਗਾ? ਸੋ ਵਿਚ ਆਫ ਦਾ ਫੋਲੋਇੰਗ ਕਮੇਟੀ, ਕਿਹੜੀ ਕਮੇਟੀ ਸੈਟਅਪ ਹੋਈ ਬਾਈ ਬ੍ਰਿਟਿਸ਼ ਟੂ ਇਨਵੈਸਟੀਗੇਟ ਇਨਟੂ ਡਿਸਟਰਬੈਂਸ ਆਫਟਰ ਜਲਿਆਂਵਾਲਾ ਬਾਗ ਮੈਸੈਕਰ? ਜਲਿਆਂਵਾਲਾ ਬਾਗ ਤੋਂ ਬਾਅਦ ਜਿਹੜੀ ਕਮੇਟੀ ਉਹਦੀ ਹੱਲ ਕਰਨ ਲਈ ਆਈ ਸੀ ਵੀ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ, ਉਹ ਕੌਣ ਸੀਗੀ? ਹੰਟਰ ਕਮਿਸ਼ਨ ਜਾਂ ਹੰਟਰ ਕਮੇਟੀ ਸੀਗੀ ਜੀ। ਠੀਕ ਹੈ, ਹੂ ਅਮੰਗ ਦਾ ਫੋਲੋਇੰਗ ਰੋਡ ਪਗੜੀ ਸੰਭਾਲ ਜੱਟਾ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਜੇ ਆਵੇ ਪਗੜੀ ਸੰਭਾਲ ਜੱਟਾ ਮੂਵਮੈਂਟ ਦਾ ਮੋਢੀ ਕੌਣ ਸੀ? ਤਾਂ ਉਹਨਾਂ ਦਾ ਕੋ ਮੋਢੀ, ਮਤਲਬ ਵੀ ਉਹਨਾਂ ਦੇ ਹੋਰ ਵੀ ਮੋਢੀ ਸੀ ਤੇ ਅਜੀਤ ਸਿੰਘ ਵੀ ਮੋਢੀ ਸੀ, ਪਰ ਜੋ ਇਹ ਪਗੜੀ ਸੰਭਾਲ ਜੱਟਾ ਲਿਖਿਆ ਸੀਗਾ, ਉਹ ਕਿਹਨਾਂ ਨੇ ਲਿਖਿਆ ਸੀਗਾ ਜੀ? ਬਾਂਕੇ ਦਇਆਲ ਜੀ ਨੇ ਇਹ ਲਿਖਿਆ ਸੀ। ਪਰ ਫੇਮਸ ਕਿੱਥੋਂ ਹੋਇਆ ਇਹ? ਅਜੀਤ ਸਿੰਘ ਦੇ। ਇਹ ਇੱਕ ਤਰੀਕੇ ਦਾ ਕਿਸਾਨ ਅੰਦੋਲਨ ਸੀਗਾ ਜੀ, ਜਦੋਂ ਇਹ ਦਿੱਲੀ ਗਏ ਸੀਗੇ, ਜਿਵੇਂ ਇਸ ਵਾਰ ਹੁਣ ਆਪਾਂ ਜਿੱਤ ਕੇ ਆਏ ਹਾਂ। ਤਾਂ ਕਾਮਾਗਾਟੂ ਜਹਾਜ਼ ਦੇ ਵਿੱਚ ਕਿੰਨੇ ਜਾਣੇ ਸੀਗੇ? 376 ਜਾਣੇ। ਜੇ ਕਿਸੇ ਨੂੰ ਪਤਾ ਹੈ ਕਿ ਕਾਮਾਗਾਟਾ ਮਾਰੂ ਜਿਹੜਾ ਇੰਸੀਡੈਂਟ ਹੋਇਆ ਸੀ, ਉਹ ਕਿੰਨੇ ਸਾਲ ਦੇ ਵਿੱਚ ਹੋਇਆ, ਥੱਲੇ ਕਮੈਂਟ ਕਰਕੇ ਜਰੂਰ ਦੱਸਿਓ। ਤਾਂ ਹੂ ਅਮੰਗ ਦਾ ਫੋਲੋਇੰਗ ਫਾਊਂਡਰ, ਆਰਿਆ ਸਮਾਜ ਕਿਹਨਾਂ ਨੇ ਫਾਊਂਡ ਕੀਤਾ? ਦਇਆਨੰਦ ਸਰਸਵਤੀ ਜੀ ਨੇ। ਤਾਂ ਕਿਹੜਾ ਲੈਫਟੀਨੈਂਟ ਗਵਰਨਰ ਆਫ ਪੰਜਾਬ ਸੀ ਐਟ ਦਾ ਟਾਈਮ ਜਲਿਆਂਵਾਲਾ ਬਾਗ ਮੈਸੇਕਰ? ਤਾਂ ਕਿਹੜਾ ਸੀਗਾ ਜੀ? ਮਾਈਕਲ ਓਡਾਇਰ ਸੀਗਾ, ਜਨਰਲ ਡਾਇਰ ਨਹੀਂ ਸੀਗਾ ਜੀ। ਠੀਕ ਹੈ, ਮਾਈਕਲ ਓਡਾਇਰ ਸੀ ਜਿਹੜਾ ਉਸ ਟਾਈਮ ਪੰਜਾਬ ਦਾ ਗਵਰਨਰ ਜਨਰਲ ਸੀ, ਜਿਹਨੂੰ ਕਿਹਨੇ ਮਾਰਿਆ ਸੀਗਾ? ਊਧਮ ਸਿੰਘ ਨੇ, ਕੈਕਟਨ ਹਾਲ ਦੇ ਵਿੱਚ। ਠੀਕ ਹੈ,
ਤੇ ਬਹੁਤ ਹੀ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਸਿੱਧੂ ਮੂਸੇਵਾਲੇ ਦੇ ਇੱਕ ਦੋਸਤ ਨੇ ਕਿਹਾ ਕਿ ਜਿਹੜਾ ਲਾਇਸੈਂਸ ਗਾਣਾ ਲਿਖਿਆ ਸੀ ਉਹਨੇ, ਉਹ ਊਧਮ ਸਿੰਘ ਤੋਂ ਪ੍ਰੇਰਿਤ ਹੋ ਕੇ ਲਿਖਿਆ ਸੀਗਾ। ਤੇ ਕਹਿੰਦੇ ਨੇ ਕਿ ਨੀਂਜੇ ਨੇ ਉਹ ਵਾਲੀ ਪੈਰਾ ਗਾਇਆ ਹੀ ਨਹੀਂ ਜਿਹੜਾ ਊਧਮ ਸਿੰਘ ਲਈ ਲਿਖਿਆ ਹੋਇਆ ਸੀਗਾ ਉਹਨੇ। ਸੋ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿ ਕਿਤੇ ਕਬਰਾਂ ਵਿੱਚੋਂ ਬੋਲ, ਇੱਕ ਇਹਨਾਂ ਦੀ ਕਵਿਤਾ ਹੀ ਅੰਮ੍ਰਿਤਾ ਪ੍ਰੀਤਮ ਦੀ। ਕਹਿੰਦੇ ਨੇ ਜਦੋਂ 1947 ਚ ਵੰਡ ਹੋਈ ਉਦੋਂ ਉਹਨਾਂ ਨੇ ਧੀਆਂ ਭੈਣਾਂ ਦੇ ਦੁੱਖ ਦੇਖ ਕੇ ਇਹ ਕਵਿਤਾ ਲਿਖੀ ਸੀ, ਜਦੋਂ ਉਹ ਟ੍ਰੇਨ ਦੇ ਵਿੱਚ ਆ ਰਹੀ ਸੀ। ਬਹੁਤ ਹੀ ਦਰਦ ਮਤਲਬ ਉਹ ਕਵਿਤਾ ਦੇ ਵਿੱਚ ਪਿਰੋਇਆ ਗਿਆ। ਇਹਦੀ ਅੱਗੇ ਜਾ ਕੇ ਬਹੁਤ ਪ੍ਰਸ਼ੰਸਾ ਵੀ ਹੋਈ। ਦ ਮੈਮੋਰੀਅਲ ਡੈਡੀਕੇਟਡ ਟੂ ਫਰੀडम ਸਟਰਗਲ ਪੰਜਾਬ ਦੇ ਵਿੱਚ ਕਿੱਥੇ ਲੋਕੇਟਡ ਹੈ? ਸੋ ਪੰਜਾਬ ਸੁਤੰਤਰਤਾ ਸੰਗਰਾਮ ਨੂੰ ਸਮਰਪਿਤ ਯਾਦਗਾਰ ਕਿੱਥੇ ਹੈ ਜੀ? ਕਰਤਾਰਪੁਰ ਦੇ ਵਿੱਚ ਹੈ। ਮੱਝੀਆਂ ਚਾਰਨ ਵਾਲੀ ਸਾਖੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਗੁਰੂ ਨਾਨਕ ਦੇਵ ਜੀ ਨਾਲ ਮੱਝੀਆਂ ਚਰਾਉਂਦੇ ਸੀਗੇ। ਕਹਿੰਦੇ ਨੇ ਕਿ ਉਹ ਸੋ ਗਏ ਤੇ ਸਾਰੀ ਮੱਝੀਆਂ ਸਾਰਾ ਤਹਿਸ ਨਹਿਸ ਕਰਕੇ ਉਜਾੜ ਕਰਕੇ ਚਲੀ ਗਈਆਂ, ਪਰ ਜਦੋਂ ਦੁਬਾਰਾ ਮਾਲਕ ਆਏ ਤਾਂ ਉਹਨਾਂ ਨੂੰ ਸਾਰਾ ਕੁਝ ਹੀ ਹੋਰ ਹਰਿਆ ਭਰਿਆ ਦਿਖਿਆ। ਗੁਰੂ ਨਾਨਕ ਦੇਵ ਜੀ ਨੇ ਕਿੱਥੋਂ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ? ਸੁਲਤਾਨਪੁਰ ਦੇ। ਠੀਕ ਹੈ ਜੀ। ਭਾਈ ਲਹਿਣਾ ਜੀ ਕਿਸ ਗੁਰੂ ਸਾਹਿਬਾਨ ਦਾ ਪਹਿਲਾ ਨਾਮ ਸੀ? ਇਹ ਥੱਲੇ ਕਮੈਂਟ ਕਰਕੇ ਦੱਸੋਗੇ? ਇਹ ਤਾਂ ਸੌਖਾ ਹੀ ਹੈ, ਦੱਸ ਦਿਓ। ਠੀਕ ਹੈ, ਭਾਈ ਲਹਿਣਾ ਜੀ ਕਿਹਨਾਂ ਦਾ ਸੀ? ਮੈਂ ਤੁਹਾਨੂੰ ਹਿੰਟ ਦੇ ਦੇਣਾ ਕਿ ਅਮਰਦਾਸ ਜੀ ਦਾ ਨਹੀਂ ਸੀ, ਹਰ ਰਾਏ ਜੀ ਦਾ ਨਹੀਂ ਸੀ। ਇਹ ਮੈਂ ਹਿੰਟ ਦਿੱਤਾ, ਹੁਣ ਤੁਹਾਡੀ ਸ਼ਰਧਾ ਹੈ। ਠੀਕ ਹੈ। ਤਾਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਕਿਹਨਾਂ ਦੀ ਰਚਨਾ ਹੈ? ਗੁਰੂ ਗੋਬਿੰਦ ਸਿੰਘ ਜੀ। ਨੰਦ ਲਾਲ ਜੀ ਕੌਣ ਸੀਗੇ? ਇਹਨਾਂ ਦੇ ਬਹੁਤ ਤਕੜੇ ਲਿਖਾਰੀ ਸੀਗੇ, ਜਿਹੜੇ ਔਰੰਗਜ਼ੇਬ ਦੇ ਡਰ ਤੋਂ ਇਹਨਾਂ ਕੋਲ ਭੱਜ ਕੇ ਆਏ ਸੀਗੇ, ਪਰ ਮਿੱਤਰ ਪਿਆਰੇ ਨੂੰ ਜਦੋਂ ਇਹ ਮਾਛੀਵਾੜੇ ਦੇ ਜੰਗਲਾਂ 'ਚ ਸੀਗੇ ਉਦੋਂ ਲਿਖਿਆ ਸੀਗਾ। ਠੀਕ ਹੈ ਜੀ। ਕਿਸ ਮੁਗਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਦੇਵਤੇ ਬੈਠਣ ਦਾ ਹੁਕਮ ਦਿੱਤਾ? ਤਾਂ ਜਹਾਂਗੀਰ ਨੇ ਦਿੱਤਾ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਹਾਂਜੀ। ਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਸਮੇਂ ਕਿਹੜੇ ਗੁਰੂ ਸਾਹਿਬਾਨ ਦੇ ਸ਼ਲੋਕ ਪੜ੍ਹੇ ਜਾਂਦੇ ਨੇ? ਗੁਰੂ ਤੇਗ ਬਹਾਦਰ ਜੀ ਦੇ ਪੜ੍ਹੇ ਜਾਂਦੇ ਨੇ। ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿੰਨੇ ਸ਼ਲੋਕ ਨੇ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਹ ਮੈਂ ਤੁਹਾਨੂੰ ਤਾਂ ਕਹਿ ਰਿਹਾ, ਘੱਟੋ ਘੱਟ ਜੇ ਥੱਲੇ ਕਮੈਂਟ ਨਹੀਂ ਵੀ ਕਰਨਾ, ਆਪਣਾ ਤਿਆਰੀ ਕਰ ਲਓਗੇ ਕਿ ਇਹੋ ਜਿਹੇ ਕੁਐਸਚਨ ਪੇਪਰ 'ਚ ਪੁੱਛੇ ਜਾਂਦੇ। ਤਾਂ ਗੋਬਿੰਦ ਸਿੰਘ ਜੀ ਦੀ ਰਚਨਾਵਾਂ ਕਿਹੜੀਆਂ ਨੇ? ਤਾਂ ਜਪਜੀ ਸਾਹਿਬ ਇਹਨਾਂ ਦੀ ਰਚਨਾ ਨਹੀਂ ਹੈ, ਪੱਟੀ ਇਹਨਾਂ ਦੀ ਰਚਨਾ ਨਹੀਂ ਹੈ, ਤਾਂ ਜਾਪ ਸਾਹਿਬ, ਜ਼ਫਰਨਾਮਾ, ਚੰਡੀ ਦੀਵਾਰ, ਇਹ ਤਿੰਨੇ ਕੀ ਨੇ? ਇਹਨਾਂ ਦੀਆਂ ਰਚਨਾਵਾਂ ਹਨ। ਜਿਹੜੇ ਚਿੰਨ੍ਹ ਠਹਿਰਾਓ ਜਾਂ ਅਟਕ ਨੂੰ ਪ੍ਰਗਟਾਉਂਦੇ ਨੇ ਉਹਨਾਂ ਨੂੰ ਆਪਾਂ ਵਿਸ਼ਰਾਮ ਚਿੰਨ੍ਹ ਕਹਿੰਦੇ ਨੇ। 13 ਪ੍ਰਕਾਰ ਦੇ ਹੁੰਦੇ ਨੇ ਜੀ ਇਹ। ਜਜ਼ਬਾਤੀ ਭਾਵਨਾ ਨੂੰ ਪ੍ਰਗਟ ਕਰਨ ਵਾਲੇ ਵਾਕੰਸ਼ਾਂ ਪਿੱਛੇ ਜਜ਼ਬਾਤੀ ਭਾਵਨਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਵਾਕੰਸ਼ਾਂ ਪਿੱਛੋਂ ਕਿਹੜਾ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ? ਤਾਂ ਵਿਸਮਿਕ ਚਿੰਨ੍ਹ, ਇਹਨੂੰ ਕਹਿੰਦੇ ਨੇ ਵਿਸਮਿਕ ਚਿੰਨ੍ਹ। ਇਹ 9 ਪ੍ਰਕਾਰ ਦੇ ਹੁੰਦੇ ਨੇ, ਇਹ ਪੇਪਰ 'ਚ ਬਹੁਤ ਆਉਂਦੇ ਨੇ। ਪੜਦਾਦਾ ਵਿੱਚ ਅਗੇਤਰ ਕਿਹੜਾ ਹੈ? ਪੜ। ਪਰਮਾਤਮਾ ਵਿੱਚ ਅਗੇਤਰ ਕਿਹੜਾ ਹੈ? ਪਰਮ। ਪਰਮ ਆਤਮਾ। ਮੁਸਕੁਰਾਹਟ ਦੇ ਵਿੱਚ ਕਿਹੜਾ ਹੈ? ਮੁਸਕੁਰਾਹਟ। ਮੁਸਕੁਰਾਹਟ, ਤਾਂ ਇਹਦੇ ਵਿੱਚ ਕੱਲਾ ਹਟ ਆਊਗਾ ਜੀ, ਮੁਸਕੁਰਾਹਟ। ਵਿਸਥਾਰ ਦਾ ਵਿਰੋਧੀ ਕੀ ਹੁੰਦਾ ਜੀ? ਸੰਖੇਪ। ਖੁਸ਼ੀ ਦਾ ਸਮਾਨਾਰਥੀ ਹੁੰਦਾ ਖੇੜਾ। ਤੇਰੇ ਸ਼ਹਿਰ ਤਾਂ ਖੁਸ਼ੀਆਂ ਖੇੜੇ ਸਾਡਾ ਕੀ ਹੈ ਸਰਜੂ। ਮੈਂ ਗਾਣਾ ਭੁੱਲ ਗਿਆ, ਬੜਾ ਘੈਂਟ ਹੈ। ਸ਼ਰਧਾ ਦਾ ਸਮਾਨਾਰਥੀ ਹੁੰਦਾ ਜੀ ਆਸਥਾ। ਆਕੜ ਦਾ ਵਿਰੋਧੀ ਹੁੰਦਾ ਜੀ ਨਿਮਰਤਾ, ਵੀ ਕੋਈ ਆਕੜ ਕਰੀ ਜਾਂਦਾ ਤੇ ਕੋਈ ਨਿਮਰ ਹੈ। ਇਹ ਪੇਪਰ ਇਹ ਹੈ ਜੀ। ਖਿਆਲੀ ਪੁਲਾਓ ਪਕਾਉਣੇ ਮਤਲਬ ਕੇਵਲ ਤਜਵੀਜ਼ਾਂ ਬਣਾਉਣੀਆਂ, ਵੀ ਕੰਮ ਨਾ ਕਰਨਾ, ਬਸ ਖਿਆਲਾਂ ਦੇ ਵਿੱਚ ਹੀ ਬਹੁਤ ਕੁਝ ਕਰ ਦੇਣਾ। ਬੇਫਿਕਰ ਹੋਣ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ? ਚਾਦਰ ਤਾਣ ਕੇ ਸੋ ਜਾਣਾ। ਖਾਲੀ ਸਥਾਨ ਭਰੋ, ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਚੰਗਾ ਨਹੀਂ ਸਿੱਧ। ਤਾਂ ਪੇਪਰ 'ਚ ਆਉਂਦਾ ਹੈ, ਆਪਾਂ ਨਾਰਮਲ ਵੀ ਯੂਜ਼ ਕਰਦੇ। ਜਦੋਂ ਕਿਸੇ ਵਿਅਕਤੀ ਨੂੰ ਸੁੱਖ ਵਿੱਚ ਬਿਤਾਏ ਦਿਨਾਂ ਨੂੰ ਯਾਦ ਕਰਦਾ ਹੋਵੇ, ਉਹ ਮਾਂ ਮਰ ਗਈ ਜਿਹੜੀ ਦਹੀਂ ਮੱਖਣ ਨਾਲ ਟੁੱਕ ਦਿੰਦੀ ਸੀ, ਤਾਂ ਆਹ ਵਰਤਿਆ ਜਾਂਦੀ ਆ ਅਖਾਣ। ਠੀਕ ਹੈ ਜੀ। ਕਿ ਉਹ ਗਾਣਾ ਸੁਣਿਆ ਹੋਊਗਾ, ਜਦੋਂ ਕੋਠੀ ਵਿੱਚ ਬਜ਼ੁਰਗ ਕੋਈ ਕਰੇ ਯਾਦ ਸ਼ਤੀਰਾਂ ਨੂੰ। ਕਿਸ ਸ਼ਬਦ ਨੂੰ ਕੰਨਾਂ ਲੱਗਣ ਤੇ ਲਿੰਗ ਪਰਿਵਰਤਨ ਹੋ ਜਾਂਦਾ ਹੈ? ਅਨਾਰ ਅਨਾਰਾਂ ਨਹੀਂ, ਕਿਤਾਬ ਕਿਤਾਬਾਂ ਨਹੀਂ, ਸ਼ਨਾਖਤ ਸ਼ਨਾਖਤਾਂ ਨਹੀਂ, ਤਾਂ ਲਿੰਗ ਪਰਿਵਰਤਨ ਕਰਨਾ। ਗਾਇਕ ਗਾਇਕਾ। ਕਿਹੜਾ ਸ਼ਬਦ ਇਸਤਰੀ ਲਿੰਗ ਨਹੀਂ ਹੈ? ਤਾਂ ਜਮਾਈ ਇਸਤਰੀ ਲਿੰਗ ਨਹੀਂ ਹੈ, ਇਹ ਪੁਲਿੰਗ ਹੈ। ਇਹ ਤਾਂ ਬਹੁਤ ਸੌਖਾ ਪੇਪਰ ਸੀਗਾ ਜੀ। ਕਿਸ ਸ਼ਬਦ ਦਾ ਬਹੁਵਚਨ ਬਾਅਦ ਦੀ ਵਰਤੋਂ ਕਰਕੇ? ਕਵਿਤਾਵਾਂ। ਕਿਹੜਾ ਸ਼ਬਦ ਬਹੁਵਚਨ ਰੂਪ ਵਿੱਚ ਇੱਕ ਵਚਨ ਹੀ ਵਰਤੇ ਜਾਂਦੇ ਨੇ? ਹੁਣ ਦੇਖੋ ਇਹਦੇ ਵਿੱਚ ਮੈਂ ਡੈਫੀਨੇਟਲੀ ਨਹੀਂ ਕਹਿੰਦਾ, ਪਰ ਆਦਰ ਸੂਚਕ ਆਊਗਾ। ਆਦਰ ਸੂਚਕ ਦਾ ਮਤਲਬ ਕੀ ਹੁੰਦਾ ਜੀ? ਜਿਵੇਂ ਮੈਂ ਕਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ, ਠੀਕ ਹੈ, ਨੇ ਆਪਾਂ ਕਹਿੰਦਾ ਉਹਨਾਂ ਨੇ, ਤਾਂ ਮਤਲਬ ਆਪਾਂ ਇੱਕ ਵਚਨ ਤੋਂ ਕਿਹੜਾ ਬਹੁਵਚਨ ਰੂਪ ਬਣਾ ਦਿੰਦੇ। ਠੀਕ ਹੈ, ਠੀਕ ਹੈ। ਬਹੁਵਚਨ ਰੂਪ ਹੁੰਦਾ ਉਹ ਇੱਕ ਵਚਨ ਹੀ, ਪਰ ਆਪਾਂ ਉਹਨੂੰ ਇੱਜ਼ਤ ਦੇ ਕੇ ਬਹੁਵਚਨ ਬਣਾ ਦਿੰਦੇ, ਤਾਂ ਆਦਰ ਸੂਚਕ ਹੈ। ਇਹਦੇ ਬਾਰੇ ਮੈਂ ਕਨਫਰਮ ਨਹੀਂ, ਬਾਕੀ ਆਨਸਰ ਕੀ ਤੋਂ ਪਤਾ ਲੱਗੂਗਾ। ਠੀਕ ਹੈ ਜੀ। ਆਪਾਂ ਤੁਹਾਨੂੰ ਐਵੇਂ ਗਲਤ ਕਰਾ ਦਈਏ, ਬਟ ਅਕੋਰਡਿੰਗ ਟੂ ਮੀ ਇੱਥੇ ਆਦਰ ਸੂਚਕ ਹੀ ਆਊਗਾ। ਤਾਂ ਸ਼ੁੱਧ ਸ਼ਬਦ ਕਿਹੜਾ ਹੀ? ਵਹੁਟੀ। ਤਾਂ ਵਹੁਟੀ ਆਊਗਾ, ਹਾਹੇ ਨੂੰ ਔਂਕੜ ਆਊਗਾ, ਵਹੁਟੀ। ਸ਼ੁੱਧ ਵਾਕ ਕਿਹੜਾ ਹੈ? ਅਸੀਂ ਸਭ ਕੁਝ ਜਾਣਦੇ ਹਾਂ। ਅਸੀਂ ਸਭ ਕੁਝ ਜਾਣਦੇ ਹਾਂ। ਤਾਂ ਅੱਗੇ ਕੀ ਹੈ? ਨੌਵਾਂ। ਤਾਂ ਇਹ ਨੌਵਾਂ ਐ ਨਹੀਂ ਪੈਂਦਾ ਜੀ, ਨੌਵਾਂ ਐਪ ਹੋਊਗਾ ਜੀ। ਠੀਕ ਹੈ, ਹਾਹਾ ਨਹੀਂ ਪੈਂਦਾ ਪੈਰ 'ਚ। ਜ਼ਰਾ ਕੁ ਥੋੜਾ 3 ਕਿਲੋ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ? ਤਾਂ ਇਹ ਪਰਿਮਾਣਵਾਚਕ ਵਿਸ਼ੇਸ਼ਣ ਹੈ। ਇਹ ਕੀ ਹੁੰਦਾ ਜੀ? ਸੰਬੰਧਵਾਚਕ ਪੜਨਾਮ ਹੈ, ਵੀ ਇਹ ਉਹ ਮੁੰਡਾ ਹੈ ਜਿਹੜਾ ਮੇਰੇ ਤੋਂ ਪੜ੍ਹ ਕੇ ਗਿਆ ਸੀ।
ਦਰਜੀ ਕੱਪੜੇ ਸੋਹਣੇ ਸਿਉਂਦਾ ਹੈ, ਤਾਂ ਇਹਦੇ ਵਿੱਚ ਸੋਹਣਾ ਕੀ ਹੈ ਜੀ, ਆਪਣੇ ਕੋਲੇ ਕਿਰਿਆ ਵਿਸ਼ੇਸ਼ਣ ਹੈ। ਸੋਹਣਾ ਆਪਣੇ ਕੋਲੇ ਕਿਰਿਆ ਵਿਸ਼ੇਸ਼ਣ ਹੈ। ਵਸਤੂਵਾਚਕ ਕਿਹੜਾ ਹੋ ਗਿਆ, ਸੋਨਾ ਚਾਂਦੀ ਕੱਪੜਾ, ਇਹ ਆਪਣੇ ਕੋਲੇ ਕੀ ਹੈ ਜੀ, ਵਸਤੂਵਾਚਕ ਨਾਮ ਹੈ। ਸਾਰੇ ਦੇਸ਼ ਵਾਸੀਆਂ ਨੂੰ ਆਪਸ ਵਿੱਚ ਜੋੜਦੀ ਹੈ ਸੌਰੀ ਰਾਸ਼ਟਰੀ ਭਾਸ਼ਾ। ਠੀਕ ਹੈ ਜੀ। ਜਲੰਧਰ ਉਧਮਪੁਰ ਇਲਾਕੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਕਿਹੜੀ ਹੈ, ਡੋਗਰੀ ਹੈ। ਤੁਹਾਨੂੰ ਸੌਰੀ ਜੰਮੂ ਹੈ ਜੀ, ਜੰਮੂ ਤੇ ਉਧਮਪੁਰ 'ਚ ਡੋਗਰੀ ਬੋਲੀ ਜਾਂਦੀ ਹੈ, ਤੇ ਹੁਣ ਇਹਨੂੰ ਕੀ ਕਰਤਾ ਜੀ, ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ। ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਹੁੰਦਾ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ, ਵਿਆਕਰਨ ਕਹਿ ਦਿੰਦੇ ਹਾਂ। ਜਿਨ੍ਹਾਂ ਸ਼ਬਦਾਂ ਦਾ ਕੋਈ ਨਾ ਕੋਈ ਅਰਥ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਹਾਂ, ਸਾਰਥਕ ਸ਼ਬਦ ਕਹਿ ਦਿੰਦੇ ਹਾਂ। ਸ਼ੁੱਧ ਦੱਸੋ, ਤਾਂ ਸ਼ੁੱਧ ਇਹਦੇ ਵਿੱਚ ਕਿਹੜਾ ਹੀ, ਸ਼ੁੱਕਰਵਾਰ। ਸ਼ੁੱਧ ਦੱਸੋ, 59 ਟੈਂਕਾ ਆਉਂਦਾ ਹੀ 59। ਪੰਜਾਬੀ ਭੋਜਨ ਕਿਹੜਾ ਕਿਹੜਾ ਹੈ, ਸਰੋਂ ਦਾ ਸਾਗ, ਲੱਸੀ ਤੇ ਸੱਤੂ। ਬਾਕੀ ਪੰਜਾਬੀ ਭੋਜਨ ਨਹੀਂ ਹੈਗੇ ਜੀ, ਬਾਹਰੋਂ ਆਏ ਨੇ। ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕਿਹਨਾਂ ਨੇ ਕਰੀ, ਤਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ। ਕਹਿੰਦੇ ਨੇ ਅਕਬਰ ਨੇ ਇਹਨਾਂ ਨੂੰ ਕੀ ਕੀਤੀ ਸੀ, ਜ਼ਮੀਨ ਦਿੱਤੀ ਸੀ। ਕੰਨਾਂ ਦੇ ਗਹਿਣੇ ਕਿਹੜੇ ਨੇ ਜੀ, ਤਾਂ ਕੰਨਾਂ ਦੇ ਗਹਿਣੇ ਕਿਹੜੇ ਨੇ, ਕਾਟੇ, ਲੋਟਣ ਤੇ ਮੁਰਕੀਆਂ। ਤੁਹਾਨੂੰ ਉਹ ਗਾਣਾ ਸੁਣਿਆ ਹੋਊਗਾ ਕੁਲਵਿੰਦਰ ਬਿੱਲੇ ਦਾ, ਕੰਨਾਂ ਦੇ ਲੋਟਣ ਦੇ ਲੁੱਟ ਦੇ। ਸਹੀ ਦੱਸੋ, ਸੱਭਿਆਚਾਰ ਸਰਬ ਵਿਆਪਕ ਵਰਤਾਰਾ ਹੈ। ਹਾਂਜੀ, ਸੱਭਿਆਚਾਰ ਵਿਅਕਤੀਗਤ ਸੰਪत्ति ਨਹੀਂ ਹੈ, ਬਿਲਕੁਲ ਸਹੀ। ਸੱਭਿਆਚਾਰ ਗ੍ਰਹਿਣ ਕੀਤਾ ਜਾਂਦਾ, ਹਾਂਜੀ, ਤਾਂ ਇਹ ਸਾਰੇ ਹੀ ਆ ਗਿਆ ਦਾ ਆਨਸਰ, ਇਹ ਸਾਰੇ ਹੀ ਆ ਜੂਗਾ। ਅੱਗੇ ਕੀ ਹੈ, ਵਿਸਾਖੀ ਦਾ ਤਿਉਹਾਰ ਸੰਬੰਧਿਤ ਹੈ ਕਣਕ ਦੀ ਫਸਲ ਨਾਲ ਹੈ ਜੀ। ਅੱਗੇ ਆਪਣੇ ਕੋਲੇ ਕੀ ਹੈ ਕਿ ਰੂੰ ਦੇ ਕਾਨੇ ਉੱਤੇ ਵੱਟੀ ਗੋਲ ਛੱਲੀ ਨੂੰ ਕੀ ਕਹਿੰਦੇ ਨੇ, ਤਾਂ ਉਹਨੂੰ ਕੀ ਕਹਿ ਦਿੰਦੇ ਨੇ ਜੀ, ਪੂਣੀ। ਕੱਤ ਦੀ ਨੇ ਪੂਣੀਆਂ ਵਿਚਾਲੇ ਛੱਡੀਆਂ। ਅੱਗੇ ਕੀ ਹੈ, ਖੂਹ ਦੇ ਪਾਣੀ ਨੂੰ ਪੈਲੀ ਤੱਕ ਲੈ ਕੇ ਜਾਣ ਲਈ ਬਣਾਈ ਗਈ ਕੱਚੀ ਖਾਲੀ ਨੂੰ ਕੀ ਕਹਿੰਦੇ ਨੇ, ਤਾਂ ਉਹਨੂੰ ਕੀ ਕਹਿ ਦਿੰਦੇ ਨੇ ਆਪਾਂ, ਆੜ ਕਹਿੰਦੇ ਜੀ। ਕੀ ਕਹਿੰਦੇ ਆ, ਆੜ ਕਹਿੰਦੇ ਆ। ਪਿੰਡਾਂ 'ਚ ਆਮ ਹੀ ਚੱਲਦੇ ਨੇ ਇਹ ਸ਼ਬਦ, ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣੇ। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ, ਤਾਂ ਚਸ਼ਮਾ, ਮਜ਼ਮੂਨ, ਸ਼ਖਸ਼ੀ। ਇਹ ਉਰਦੂ ਭਾਸ਼ਾ ਦੇ ਨੇ, ਪਰ ਭਰਪੂਰਤਾ ਉਰਦੂ ਭਾਸ਼ਾ ਦਾ ਸ਼ਬਦ ਨਹੀਂ ਹੈ। ਪ੍ਰੈਸ ਦਾ ਮਤਲਬ ਕੀ ਆ, ਛਾਪਾਖਾਨਾ। ਜਾਤ ਦੀ ਕੋੜ ਕਿਲੀ ਸਤੀਰਾਂ ਨੂੰ ਜੱਫੇ, ਤਾਂ ਆਮ ਹੀ ਆਪਾਂ ਕਹਿਣ ਸੁਣਨ ਨੂੰ ਮਿਲ ਜਾਂਦਾ। ਅੱਗੇ ਕੀ ਆ ਆਪਾਂ ਨੂੰ, ਸ਼ੁੱਧ ਵਾਕ ਦੱਸੋ, ਤਾਂ ਮੈਨੂੰ ਕਵਿਤਾ ਜ਼ਬਾਨੀ ਯਾਦ ਹੈ। ਮੈਨੂੰ ਕਵਿਤਾ ਜ਼ਬਾਨੀ ਯਾਦ ਹੈ, ਇਹ ਬਿਲਕੁਲ ਸ਼ੁੱਧ ਵਾਕ ਹੈ। ਠੀਕ ਹੈ ਜੀ। ਅੱਗੇ ਕੀ ਆਪਣੇ ਕੋਲੇ, ਜਪਜੀ ਸਾਹਿਬ ਬਾਣੀ ਦੀਆਂ ਕਿੰਨੀਆਂ ਪੌੜੀਆਂ ਨੇ, ਤਾਂ 38 ਪੌੜੀਆਂ ਨੇ ਜੀ। ਪ੍ਰਯੋਗ ਦੇ ਆਧਾਰ ਤੇ ਸਾਰਥਕ ਸ਼ਬਦ 8 ਪ੍ਰਕਾਰ ਦਾ ਹੁੰਦਾ, ਜਿਹੜਾ ਆਪਾਂ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਪੜ੍ਹਦੇ ਹਾਂ ਉਹ ਸਾਰੇ ਇਹੀ ਨੇ। ਠੀਕ ਹੈ ਜੀ। ਸੋ ਇਹ ਤੋਂ ਬਾਅਦ ਮੈਂ ਉਹ ਕਰਵਾਉਣਾ ਜੀ। ਸੋ ਇਹ ਕੁਐਸਚਨ ਆਪਣੇ ਕੋਲੇ ਕੀ ਕਹਿੰਦਾ ਕਿ ਇੱਕ ਗਰੁੱਪ ਦੇ ਵਿੱਚ ਜ਼ੈਬਰਾ ਵੀ ਨੇ ਤੇ ਡੱਕ ਵੀ ਨੇ, ਤੇ ਨੰਬਰ ਆਫ ਲੈਗਸ ਇਜ਼ 48 ਮੋਰ ਦੈਨ ਦ ਟਵਾਈਸ ਦਾ ਨੰਬਰ ਆਫ ਦਾ ਹੈਡ। ਦਾ ਨੰਬਰ ਆਫ ਦਾ ਜ਼ੈਬਰਾ ਇਜ਼ ਕਾਲਡ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜ਼ੈਬਰਾ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ ਨੇ, 4। ਤੇ ਜਿਹੜੀ ਡੱਕ ਹੈ, ਡੱਕ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ ਨੇ ਜੀ, 2 ਹੁੰਦੀਆਂ ਨੇ। ਠੀਕ ਹੈ ਜੀ। ਹੁਣ ਜੇ ਮੈਂ ਤੁਹਾਨੂੰ ਗੱਲ ਕਰਾਂ, ਮੰਨ ਕੇ ਚਲੋ ਜ਼ੈਬਰਾ ਨੂੰ ਆਪਾਂ ਨੇ ਕੀ ਲੈ ਲਿਆ, x, ਡੱਕ ਨੂੰ ਆਪਾਂ ਨੇ ਕੀ ਲੈ ਲਿਆ, y, ਕੁਐਸਚਨ ਨੂੰ ਸੋਲਵ ਕਰਨ ਲਈ। ਤਾਂ ਜੇ ਮੈਂ ਗੱਲ ਕਰਾਂ ਟੋਟਲ ਹੈਡ ਜਾਂ ਟੋਟਲ ਬੰਦੇ ਹੀ ਲੈ ਲਓ, ਟੋਟਲ ਬੰਦੇ ਕਿੰਨੇ ਹੋ ਗਏ, x ਪਲੱਸ y, ਤੇ ਟੋਟਲ ਇਹਨਾਂ ਦੀ ਲੱਤਾਂ ਕਿੰਨਾ ਹੋ ਗਈਆਂ। ਜੇ ਮੈਂ ਟੋਟਲ ਲੈਗਸ ਦੀ ਗੱਲ ਕਰਾਂ ਤਾਂ ਤੁਹਾਨੂੰ ਪਤਾ ਹੈ x ਮਤਲਬ z, ਮਤਲਬ ਜ਼ੈਬਰਾ ਦੀਆਂ 4 ਲੱਤਾਂ ਹੁੰਦੀਆਂ ਨੇ, ਤਾਂ ਇਹ 4x ਹੋ ਗਿਆ, ਪਲੱਸ y ਮਤਲਬ d ਦੀਆਂ 2 ਲੱਤਾਂ ਹੁੰਦੀਆਂ ਨੇ, ਤਾਂ ਇਹ 2y। ਆ ਹੋ ਗਿਆ ਟੋਟਲ ਹੈਡ ਤੇ ਟੋਟਲ ਲੈਗ। ਪਰ ਉਹਨੇ ਕੀ ਕਿਹਾ, ਦ ਨੰਬਰ ਆਫ ਲੈਗਸ ਇਜ਼ 48 ਮੋਰ ਦੈਨ ਦ ਟਵਾਈਸ ਦ ਨੰਬਰ ਆਫ ਦ ਹੈਡ। ਹੁਣ ਪਤਾ ਤੁਹਾਨੂੰ ਟੋਟਲ ਹੈਡ ਕਿੰਨੇ ਹੋਏ, x ਪਲੱਸ y, x ਪਲੱਸ y ਆਪਣੇ ਕੋਲੇ ਕੀ ਹੋਏ, ਟੋਟਲ ਹੈਡ। ਉਹਨੇ ਕੀ ਕਿਹਾ, ਹੈਡ ਦੇ ਦੁੱਗਣੇ ਤੋਂ ਕਿੰਨੇ ਜ਼ਿਆਦਾ ਨੇ, 48 ਜ਼ਿਆਦਾ ਨੇ ਕੀ, ਲੈਗ। ਉਹਨੇ ਲੈਗ ਦੀ ਗੱਲ ਕਰਤੀ, ਲੈਗ ਕੀ ਨੇ, ਹੈਡ ਦੇ ਦੁੱਗਣੇ ਤੋਂ 48 ਜ਼ਿਆਦਾ ਨੇ, ਤੇ ਇੱਥੇ ਟੋਟਲ ਲੈਗ ਆਪਾਂ ਨੇ ਕੀ ਲੈ ਲਏ, 4x ਪਲੱਸ 2y। ਤੇ ਇਹਨੂੰ ਲੈਗ ਦੀ ਜਗ੍ਹਾ ਤੇ ਰੱਖ ਦਿਓ, 4x ਪਲੱਸ 2y ਇਜ਼ ਇਕੁਅਲ ਟੂ 2x ਪਲੱਸ 2y ਪਲੱਸ 48। ਮੈਂ ਥੋੜਾ ਸ਼ਾਰਟਕਟ ਚ ਦੱਸ ਦੇਣਾ, 2y ਨਾਲ 2y ਮਾਈਨਸ ਹੋ ਗਿਆ, ਤਾਂ 4x ਮਾਈਨਸ 2x ਕਿੰਨਾ ਹੋ ਗਿਆ, 2x ਇਜ਼ ਇਕੁਅਲ ਟੂ 48, ਤੇ x ਦੀ ਵੈਲਿਊ ਕਿੰਨੀ ਆ ਗਈ ਜੀ, 24। ਇਹਦਾ ਮਤਲਬ ਕੀ ਹੈ, x ਕੀ ਸੀ ਆਪਣੇ ਕੋਲੇ, ਨੰਬਰ ਆਫ ਜ਼ੈਬਰਾ। ਤਾਂ ਜ਼ੈਬਰਾ ਕਿੰਨੇ ਨੇ ਆਪਣੇ ਕੋਲੇ, ਜ਼ੈਬਰਾ ਆਪਣੇ ਕੋਲੇ ਕਿੰਨੇ ਹੋ ਗਏ, 24 ਹੋ ਗਏ। ਤਾਂ ਉਹਨੇ ਕੀ ਪੁੱਛਿਆ ਸੀ, ਜ਼ੈਬਰਾ ਹੀ ਪੁੱਛਿਆ ਸੀ, ਜ਼ੈਬਰਾ ਆਪਣੇ ਕੋਲੇ 24 ਹੋ ਗਏ। ਅੱਗੇ ਉਹਨੇ ਕੀ ਕਿਹਾ, ਇੱਥੇ ਅੱਗੇ ਕੀ ਆਊਗਾ, ਹੁਣ ਮੇਰੀ ਗੱਲ ਧਿਆਨ ਨਾਲ ਸਮਝੋ। 4 ਨੂੰ ਜੇ ਤੁਸੀਂ 1.5 ਨਾਲ ਗੁਣਾ ਕਰਦੇ ਹੋ ਕਿੰਨਾ ਆਉਂਦਾ, 6.0, ਉਹਨੂੰ ਹੀ ਆਪਾਂ 6 ਕਹਿ ਦਿੰਦੇ ਹਾਂ। 6 ਨੂੰ ਜੇ ਆਪਾਂ 1.5 ਨਾਲ ਗੁਣਾ ਕਰਦੇ ਹਾਂ ਕਿੰਨਾ ਆਉਂਦਾ, 15 ਛੀਕਾ 90, ਉਹਨੂੰ ਹੀ ਆਪਾਂ 9 ਕਹਿ ਦਿੰਦੇ ਹਾਂ। ਅੱਗੇ ਜੇ ਮੈਂ 9 ਨੂੰ 1.5 ਨਾਲ ਗੁਣਾ ਕਰਾਂ, 15 9 135, ਤੇ ਉਹਨੂੰ ਹੀ ਆਪਾਂ 13.5 ਕਹਿ ਦਿੰਦੇ ਹਾਂ, ਤੇ 13.5 ਨੂੰ ਹੀ 13 ਸਹੀ 1/2 ਕਿਹਾ ਜਾਂਦਾ ਹੈ। ਹੁਣ ਜੇ 13 ਸਹੀ 1/2 ਨੂੰ ਜੇ ਮੈਂ 1.5 ਨਾਲ ਗੁਣਾ ਕਰਦਾ, ਤਾਂ 13 ਦੂਣੀ 26 ਤੇ 1 27, ਇਹ ਕਿੰਨਾ ਬਣ ਗਿਆ, 27/2 ਗੁਣਾ 1.5
5 ਤਾਂ ਇੱਕ ਪੁਆਇੰਟ ਨੂੰ ਕੱਟ ਕੇ ਜੇ ਮੈਂ ਲਾਦਾ 10 ਤਾਂ ਇਹ ਬਣ ਗਿਆ 27 ਗੁਣਾ 15 ਬਟਾ 20। 27 ਗੁਣਾ 15 ਇੱਥੇ ਕਰਕੇ ਦੇਖ ਲਓ, ਮੈਂ ਤੁਹਾਨੂੰ ਦੱਸ ਦਿੰਦਾ ਕੋਈ ਗੱਲ ਨਹੀਂ। 5 7 35 3 5 10 3 13 1 7 7 1 ਦੂਣੀ ਦੂਣੀ 5 0 2 3 ਤੇ 1 405 ਆ ਗਿਆ। ਥੱਲੇ ਕਿੰਨਾ ਹੈ 20 405 20 20 ਦੂਣੀ 40 ਪਿੱਛੇ ਬਚਿਆ 5 ਨਾ ਜਾਂਦੇ ਦੀ 0 ਤਾਂ ਇਹ ਬਣ ਗਿਆ 20 ਸਹੀ 20 ਬਟਾ 5 ਬਟਾ 20 ਸੌਰੀ 5 ਬਟਾ 20 ਤਾਂ ਜਦੋਂ ਡਿਵਾਈਡ ਕਰੋਗੇ ਤਾਂ ਕਿੰਨਾ ਰਹੂ 20 ਸਹੀ 1 ਬਟਾ 4 ਤਾਂ ਇਹਦਾ ਆਂਸਰ ਕੀ ਆ ਗਿਆ 20 ਸਹੀ 1 ਬਟਾ 4 ਬਿਲਕੁਲ ਸਹੀ ਆਂਸਰ ਹੈ। ਅੱਗੇ ਆ ਦੇਖੋ ਉਹਨੇ ਕੀ ਕਿਹਾ, ਮੈਂ ਥੋੜਾ ਜਿਹਾ ਛੇਤੀ ਛੇਤੀ ਕਰਵਾਉਂਗਾ ਵੀਡੀਓ ਲੰਬੀ ਨਾ ਬਣ ਜੇ, ਕਿ 6 ਵਿਅਕਤੀ ਬੈਠੇ ਨੇ 2 ਕਤਾਰਾਂ ਦੇ ਵਿੱਚ ਬੈਠੇ ਨੇ ਤੇ ਉਹਨੇ ਕਿਹਾ 3 ਜਾਣੇ ਇੱਕ ਇੱਕ ਪਾਸੇ ਬੈਠੇ ਨੇ। ਕੁਐਸਚਨ ਨੂੰ ਬਾਅਦ ਚੋਂ ਪੜ੍ਹ ਲਓ ਤੁਸੀਂ, ਠੀਕ ਹੈ ਜੀ। ਤੇ ਬਿਲਕੁਲ ਇੱਕ ਦੂਜੇ ਦੇ ਸਾਹਮਣੇ ਬੈਠੇ ਨੇ। ਉਹਨੇ ਕੀ ਕਿਹਾ ਅੱਗੇ, ਕਿਉ ਕਿਸੇ ਵੀ ਕਤਾਰ ਦੇ ਅੰਤ ਵਿੱਚ ਨਹੀਂ ਹੈਗਾ, ਨਾ ਤਾਂ ਕਿਉ ਉਰੇ ਹੈ ਨਾ ਹੀ ਕਿਉ ਉਰੇ ਹੈ, ਨਾ ਹੀ ਕਿਉ ਉਰੇ ਹੈ ਤੇ ਨਾ ਹੀ ਕਿਉ ਉਰੇ। ਤਾਂ ਆਪਾਂ ਮੰਨ ਲਓ ਕਿਉ ਉਰੇ, ਆਪਾਂ ਨੇ ਮੰਨਣਾ ਹੀ ਹੈ, ਮੰਨ ਕੇ ਦੇਖ ਲਓ, ਠੀਕ ਹੈ ਜੀ। ਤਾਂ ਉਹਨੇ ਕੀ ਕਿਹਾ ਹੈ, ਕਿਉ ਕਿਸੇ ਵੀ ਕਤਾਰ ਦੇ ਐਂਡ 'ਚ ਨਹੀਂ ਹੈ। ਪੀ ਇਜ਼ ਸੈਕਿੰਡ ਟੂ ਦਾ ਰਾਈਟ ਆਫ ਲੈਫਟ ਆਫ ਆਰ। ਓਬਵੀਅਸ ਜੀ ਗੱਲ ਹੈ, ਜੇ ਆਰ ਉਰੇ ਹੋਇਆ ਤਾਂ ਉਹਨੇ ਕੀ ਕਿਹਾ ਆਰ ਦੇ ਖੱਬੇ ਪਾਸੇ ਪੀ ਦੂਜੇ ਨੰਬਰ ਤੇ ਹੈ। ਤਾਂ ਆਰ ਜੇ ਥੱਲੇ ਨੂੰ ਦੇਖ ਰਿਹਾ ਤਾਂ ਆਰ ਦਾ ਪਹਿਲਾ ਖੱਬਾ, ਆਰ ਦਾ ਦੂਜਾ ਖੱਬਾ, ਪੀ ਕਿੱਥੇ ਹੋ ਗਿਆ ਇੱਥੇ ਹੋ ਗਿਆ ਜੀ। ਕਿਉ ਦਾ ਗਵਾਂਢੀ ਉਹ ਹੈ, ਜੇ ਕਿਉ ਦਾ ਗਵਾਂਢੀ ਉਹ ਹੈ ਤਾਂ ਉਹ ਉਰੇ ਵੀ ਆ ਸਕਦਾ, ਉਹ ਉਰੇ ਵੀ ਆ ਸਕਦਾ। ਪਰ ਉਹਨੇ ਕੀ ਗੱਲ ਕਹੀ ਹੈ, ਪੀ ਦੇ ਸਾਹਮਣੇ ਤਿਰਛੇ ਰੂਪ ਵਿੱਚ ਬੈਠਾ, ਪੀ ਦੇ ਡਾਇਗਨਲ ਬੈਠਾ ਤਾਂ ਉਰੇ ਆਊਗਾ ਜੀ ਉਹ। ਤਾਂ ਉਰੇ ਆ ਗਿਆ ਉਹ, ਉਰੇ ਆ ਗਿਆ ਕਿਉ। ਤਾਂ ਅੱਗੇ ਉਹਨੇ ਕੀ ਕਿਹਾ ਐਨ ਆਰ ਦਾ ਗਵਾਂਢੀ ਤਾਂ ਐਨ ਉਰੇ ਆ ਗਿਆ, ਐਮ ਉਰੇ ਆ ਗਿਆ। ਜੇ ਮੈਂ ਸਿੱਧੀ ਜੀ ਗੱਲ ਕਰਾਂ ਤਾਂ ਹੁਣ ਦੁਬਾਰਾ ਬਣਾ ਕੇ ਦਿਖਾਵਾਂ ਜੇ ਸਿੰਪਲ। ਉਹਨੇ ਕੀ ਕਿਹਾ ਸੀ ਕਿਉ ਕਿਸੇ ਵੀ ਐਂਡ ਤੇ ਨਹੀਂ ਤਾਂ ਕਿਉ ਉਰੇ ਆ ਗਿਆ। ਆਰ ਦੇ ਦੂਜੇ ਖੱਬੇ ਤੇ ਕੌਣ ਹੈ ਪੀ ਹੈ, ਪੀ ਦੇ ਬਿਲਕੁਲ ਉਲਟ ਉਹ ਹੈ ਤੇ ਆਰ ਦੇ ਨਾਲ ਐਨ ਹੈ ਤਾਂ ਇੱਥੇ ਆ ਗਿਆ ਐਮ। ਕੁਐਸਚਨ ਦਾ ਆਨਸਰ ਦੇ ਦਿਓ। ਤਾਂ ਕਿਹੜੇ ਡਾਇਗਨਲੀ ਓਪੋਜ਼ਿਟ ਨੇ ਆਰ ਤੇ ਐਮ, ਆਰ ਤੇ ਐਮ ਕਿਹਨੇ ਡਾਇਗਨਲੀ ਓਪੋਜ਼ਿਟ ਨੇ। ਐਨ ਤੇ ਕਣੀ ਐਨ ਕਣੀ ਕੌਣ ਬੈਠਾ ਫੇਸ ਕਰਕੇ ਕਿਉ ਬੈਠਾ ਤਾਂ ਇੱਥੇ ਕੀ ਆ ਗਿਆ ਕਿਉ ਆ ਗਿਆ। ਤਾਂ ਵਿਚ ਆਫ ਦਾ ਫੋਲੋਇੰਗ ਆਰ ਦਾ ਸੇਮ ਰੋ, ਸੇਮ ਰੋ ਦੇ ਵਿੱਚ ਇਹਦੇ ਵਿੱਚੋਂ ਕਿਹੜੇ ਕਿਹੜੇ ਬੈਠੇ ਨੇ ਤਾਂ ਇਹਦੇ ਵਿੱਚੋਂ ਐਮ ਤੇ ਕਿਉ, ਐਮ ਤੇ ਕਿਉ ਕੀ ਨੇ ਸੇਮ ਰੋ ਦੇ ਵਿੱਚ ਬੈਠੇ ਨੇ, ਬਿਲਕੁਲ ਸਹੀ। ਤਾਂ ਦੋ ਰੋਜ਼, ਠੀਕ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਵਨ ਆਫ ਦਾ ਟੂ ਰੋਜ਼, ਦੋਨਾਂ ਵਿੱਚੋਂ ਪੀ ਐਨ ਆਰ ਬੈਠਿਆ ਇੱਕ ਰੋ ਦੇ ਵਿੱਚ, ਤਾਂ ਇਹਦਾ ਆਨਸਰ ਕੀ ਹੈਗਾ ਪੀ ਐਨ ਆਰ, ਬਿਲਕੁਲ ਸਹੀ। ਉਹਨੇ ਕੀ ਕਿਹਾ ਇੱਥੇ ਦੇਖ ਲਓ, ਪਹਿਲਾਂ ਮੈਨੂੰ ਸਹੀ ਤਰ੍ਹਾਂ ਲਿਖ ਦੇਣਾ 36 ਆਈ ਥਿੰਕ ਜਿੱਥੇ ਤੱਕ ਮੈਨੂੰ ਲੱਗਦਾ ਗੁਣਾ ਸੀਗਾ ਮਾਈਨਸ ਡਿਵਾਈਡ 8 ਮਾਈਨਸ 4 ਮਾਈਨਸ ਨਹੀਂ ਇੱਥੇ ਵੀ ਗੁਣਾ ਹੀ ਸੀਗਾ ਬਟਾ 4 ਪਲੱਸ 8 ਗੁਣਾ 2 ਪਲੱਸ 16 ਡਿਵਾਈਡ ਬਾਏ 1। ਹੁਣ ਇਹਦੀ ਨਿਸ਼ਾਨੀ ਜੇ ਆਪਾਂ ਬਦਲਾਂਗੇ ਤਾਂ ਗੁਣਾ ਨੂੰ ਕੀ ਕਹਤਾ ਉਹਨੇ ਮਾਈਨਸ ਕਹਿਤਾ, ਤਾਂ 36 ਮਾਈਨਸ 4 ਆਈ ਥਿੰਕ ਇੱਥੇ ਵੀ ਮਾਈਨਸ ਸੀਗਾ ਜੀ, ਮਾਈਨਸ ਤੋਂ ਬਾਅਦ ਉਹ ਡਿਵਾਈਡ ਬਣਿਆ, ਠੀਕ ਹੈ, ਮਾਈਨਸ ਨੂੰ ਡਿਵਾਈਡ ਕਰਤਾ ਤਾਂ ਆਪਾਂ ਡਿਵਾਈਡ 8 ਮਾਈਨਸ 4 ਨਿਸ਼ਾਨੀ ਬਦਲ ਕੇ ਗੁਣਾ ਦੀ ਮਾਈਨਸ ਲੱਗ ਗਿਆ। 4 ਪਲੱਸ ਦਾ ਮਤਲਬ ਕੀ ਕਹਿ ਰੱਖਿਆ ਉਹਨੇ, ਤਾਂ ਪਲੱਸ ਦਾ ਮਤਲਬ ਗੁਣਾ ਕਹਿ ਰੱਖਿਆ, 4 ਗੁਣਾ 8 ਗੁਣਾ ਦਾ ਮਤਲਬ ਕੀ ਕਿਹਾ ਹੈ ਮਾਈਨਸ, ਤਾਂ ਮਾਈਨਸ 2 ਪਲੱਸ ਦਾ ਮਤਲਬ ਉਹਨੇ ਕੀ ਕਿਹਾ ਗਿਆ ਗੁਣਾ, ਤਾਂ ਇੱਥੇ ਗੁਣਾ 16 ਡਿਵਾਈਡ ਦਾ ਮਤਲਬ ਉਹਨੇ ਕੀ ਕਿਹਾ ਗਿਆ ਡਿਵਾਈਡ ਦਾ ਪਲੱਸ, ਤਾਂ ਪਲੱਸ 1। ਹੁਣ ਕਰ ਲਓ ਇਹਨੂੰ ਸੋਲਵ, 36 ਚੋਂ 4 ਗਏ 24 ਡਿਵਾਈਡ ਬਾਏ 8 ਮਾਈਨਸ 4 ਤਾਂ ਉੱਪਰ ਤਾਂ ਆ ਗਿਆ ਕਿਉਂਕਿ 8 ਤੀਆ ਹੋ ਗਿਆ 3 ਮਾਈਨਸ 4 ਤਾਂ ਕਿੰਨਾ ਆ ਗਿਆ ਉੱਪਰ ਆ ਗਿਆ ਮਾਈਨਸ 1, ਥੱਲੇ ਕਿੰਨਾ ਆ ਗਿਆ 8 ਚੌਕਾ 32, ਜੇ ਥੱਲੇ ਦੀ ਗੱਲ ਕਰਾਂ ਤਾਂ ਥੱਲੇ ਆ ਗਿਆ 32 ਮਾਈਨਸ 16 ਦੂਣੀ 32 ਪਲੱਸ 1, 32 ਨਾਲ 32 ਕੱਟ ਗਿਆ ਤਾਂ ਥੱਲੇ ਕੀ ਰਹਿ ਗਿਆ ਪਲੱਸ 1। ਤਾਂ ਆਂਸਰ ਕੀ ਆਉਣਾ ਚਾਹੀਦਾ ਸੀਗਾ ਜੀ ਮਾਈਨਸ 1। ਜੇ ਮੈਂ ਗਲਤ ਨਹੀਂ ਹੈਗਾ ਤਾਂ ਇੱਥੇ 36 ਚੋਂ 4 ਗਏ 32, ਸੌਰੀ 36 ਚੋਂ 4 ਗਏ 32 ਹੁੰਦਾ ਤਾਂ ਉੱਪਰ 32 ਬਟਾ 8, 8 ਚੌਕਾ 32 ਤਾਂ ਮਾਈਨਸ ਕੀ ਆ ਗਿਆ 0 ਆ ਗਿਆ ਜੀ, ਤਾਂ ਆਂਸਰ 0 ਆਊਗਾ, ਸੌਰੀ ਉੱਪਰ 32 ਆਊਗਾ, ਉੱਪਰ 0 ਆ ਜਾਊਗਾ ਜੀ, ਠੀਕ ਹੈ। ਤਾਂ ਆਂਸਰ ਕੀ ਆ ਗਈ 0 ਆ ਗਿਆ। ਅੱਗੇ ਉਹਨੇ ਕੀ ਕਿਹਾ 18 ਕਿਊ 12 ਪੀ 4 ਆਰ 5 ਐਸ 6 ਕਿਊ ਦੀ ਜਗ੍ਹਾ ਤੇ ਉਹਨੇ ਕੀ ਕਹਿਤਾ ਕਿਊ ਡਿਨੋਟ ਗੁਣਾ 12 ਤੋਂ ਬਾਅਦ ਪੀ, ਪੀ ਡਿਨੋਟ ਡਿਵਾਈਡ, ਆਰ ਡਿਨੋਟ ਪਲੱਸ, ਐਸ ਡਿਨੋਟ ਮਾਈਨਸ। ਤਾਂ ਆਪਾਂ ਨੂੰ ਪਤਾ ਪਹਿਲਾਂ 18 ਗੁਣਾ 12 ਨਹੀਂ ਕਰਾਂਗੇ, ਪਹਿਲਾਂ 4 ਤੀਆ 12 ਕਰਾਂਗੇ, ਇੱਥੇ ਕੀ ਆ ਗਿਆ 3, ਤਾਂ 18 ਗੁਣਾ 3 ਪਲੱਸ 5 ਮਾਈਨਸ 6 ਤਾਂ 18 ਤੀਆ 54 ਪਲੱਸ 5 ਮਾਈਨਸ 6 ਸਾਰਾ ਬੋਰਡ ਮਾਸ ਲਾ ਕੇ ਦਿਖਾ ਰਿਹਾ 54 ਤੇ 5 ਕਿੰਨੇ ਹੋ ਗਏ 59 ਮਾਈਨਸ 6 ਤਾਂ ਆਂਸਰ ਕਿੰਨਾ ਆ ਗਿਆ 53। ਤਾਂ ਆਂਸਰ ਕਿੰਨਾ ਆ ਗਿਆ 53।
3। ਸੋ ਇਹ ਸੀ ਆਪਣੀ ਅੱਜ ਦੀ ਵੀਡੀਓ। ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰਾ ਪੇਪਰ ਸੋਲਵ ਕਰ ਲਿਆ ਹੋਣਾ, ਜਿੰਨਾ ਕਿ ਮੇਰੇ ਹੱਥ 'ਚ ਸੀ ਮੈंने ਸੋਲਵ ਕਰਾਤਾ ਤੇ 100% ਐਕੂਰੇਸੀ ਦੇ ਨਾਲ ਕਰਾਇਆ। ਸੋ ਥੈਂਕ ਯੂ ਵੈਰੀ ਮਚ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਭ ਨੂੰ ਇਹਦਾ, ਕਿਉਂਕਿ ਪੁਰਾਣੇ ਪੇਪਰ SSB ਬੋਰਡ ਪੁਰਾਣੇ ਪੇਪਰ ਬਹੁਤ ਪਾਉਂਦਾ, ਤਾਂ ਇਹਨੂੰ ਜ਼ਰੂਰ ਕਰ ਲਿਓ। ਥੈਂਕ ਯੂ ਵੈਰੀ ਮਚ।